ਹੋਰ ਪ੍ਰੀਤ ਫਿਰ ਕਿੱਦਾਂ ਹੋ ਤੁਸੀਂ? ਵਧੀਆ ਮੈਮ, ਤੁਸੀਂ ਦੱਸੋ ਕਿੱਦਾਂ? ਮੈਂ ਵੀ ਬਹੁਤ ਵਧੀਆ। ਅੱਜ ਮੈਨੂੰ ਬੜਾ ਹੀ ਮਤਲਬ ਵਧੀਆ ਲੱਗਿਆ। ਕਿੰਨੇ ਦਿਨਾਂ ਬਾਅਦ ਪ੍ਰੀਤ ਨਾਲ ਕੈਮਰੇ ਅੱਗੇ ਆਣਾ ਹੋਇਆ। ਹਫਤਾ ਹੀ ਗੁਜ਼ਰ ਗਿਆ ਹੈਗਾ ਜੀ। ਮੈਂ ਆਪਣੇ ਰਜੇਵਿਆਂ 'ਚ ਇੰਨੀ ਕੁ ਬਿਜ਼ੀ ਹੋ ਗਈ ਸੀਗੀ ਕਿ ਮਤਲਬ ਕਹਿ ਲਓ ਕਿ ਸ਼ੋਅ 'ਚ ਬੈਠਣ ਦਾ ਸਮਾਂ ਹੀ ਨਹੀਂ ਮਿਲ ਪਾਇਆ। ਤੇ ਅੱਜ ਪ੍ਰੀਤ ਤੁਹਾਨੂੰ ਮਿਲ ਕੇ ਮੈਨੂੰ ਇੰਨਾ ਵਧੀਆ ਲੱਗਾ, ਮੇਰਾ ਦਿਲ ਇੰਨਾ ਖੁਸ਼ ਹੋ ਗਿਆ ਕਿ ਜਿੱਦਾਂ ਪਤਾ ਨਹੀਂ ਕੋਈ ਆਪਣਾ ਨਾ, ਜਿੱਦਾਂ ਕਹਿੰਦੇ ਨਾ ਗੁੰਮਿਆ ਹੋਇਆ ਮਿਲ ਜਾਂਦਾ ਕਿ ਹਾਂ ਵੀ ਹੁਣ ਆਪਾਂ ਮਿਲੇ ਆ, ਹੁਣ ਆਪਾਂ ਦੋ ਚਾਰ ਗੱਲਾਂ ਕਰਾਂਗੇ, ਆਪਣੇ ਦੁੱਖ ਸੁੱਖ ਸਾਂਝੇ ਕਰਾਂਗੇ। ਕਿੰਨੀ ਮਤਲਬ ਖੁਸ਼ੀ ਹੁੰਦੀ ਹੈਗੀ। ਹੁਣ ਮੇਰੇ ਵੱਲੋਂ ਤਾਂ ਪ੍ਰੀਤ ਇਹੀ ਅਹਿਸਾਸ ਨੇ, ਮੈਨੂੰ ਹੁਣ ਤੁਹਾਡੇ ਵੱਲੋਂ ਤੁਸੀਂ ਦੱਸੋਗੇ ਵੀ ਤੁਹਾਨੂੰ ਮੇਰੇ ਨਾਲ ਮਿਲ ਕੇ ਕਿੱਦਾਂ ਮਹਿਸੂਸ ਹੋਇਆ? ਅੱਜ ਮੇਰੇ ਵੀ ਇਹੀ ਅਹਿਸਾਸ ਨੇ ਮਮਤਾ ਜੀ ਕਿ ਆਪਾਂ ਬੜੇ ਟਾਈਮ ਬਾਅਦ ਅੱਜ ਮਤਲਬ ਇੱਕ ਹਫਤਾ ਹੋ ਚੁੱਕਿਆ ਆਪਾਂ ਨੇ ਸ਼ੋਅ ਨਹੀਂ ਕੀਤਾ, ਤੇ ਅੱਜ ਜਦੋਂ ਆਪਾਂ ਮਿਲੇ ਆਫਿਸ ਤੁਸੀਂ ਆਏ, ਮਤਲਬ ਬੜੀ ਖੁਸ਼ੀ ਹੋਈ ਵੀ ਇੱਕ ਹਫਤੇ ਬਾਅਦ ਤੁਸੀਂ ਅੱਜ ਆਏ ਹੋ ਤੇ ਅਸੀਂ ਸ਼ੋਅ ਕਰਨਾ ਹੈ ਮਿਲ ਕੇ। ਜਿਵੇਂ ਇੱਕ ਦੋਸਤੀ, ਇੱਕ ਭੈਣ ਵਾਲਾ ਪਿਆਰ ਹੁੰਦਾ ਜਿਹੜਾ, ਉਹ ਮੈਨੂੰ ਫੀਲ ਹੋਇਆ, ਬਹੁਤ ਵਧੀਆ ਲੱਗਿਆ। ਦੁੱਖ ਸੁੱਖ ਸਾਂਝਾ ਕਰਨਾ, ਅਸੀਂ ਜਿਹੜਾ ਦਰਸ਼ਕਾਂ ਦੇ ਨਾਲ ਬਹਿ ਕੇ ਆਪਣੀਆਂ ਗੱਲਾਂ ਕਰਦੇ ਹਾਂ। ਦਰਸ਼ਕਾਂ ਨੂੰ ਵੀ ਅੱਜ ਇੰਨੇ ਦਿਨਾਂ ਬਾਅਦ ਮਿਲੇ ਆ, ਉਹ ਵੀ ਮਤਲਬ ਵਿੱਚ ਬੜਾ ਗੈਪ ਪੈਣ ਨਾਲ ਬੜਾ ਲੋਨਲੀਨੈਸ ਫੀਲ ਹੋ ਰਿਹਾ ਹੈ ਕਿ ਦਰਸ਼ਕਾਂ ਨਾਲ ਵੀ ਆਪਣੀ ਗੱਲਬਾਤ ਹੋਇਆ ਇੰਨਾ ਸਮਾਂ ਗੁਜ਼ਰ ਗਿਆ। ਤੇ ਦਰਸ਼ਕ ਵੀ ਸੋਚਦੇ ਹੋਣਗੇ ਕਿੱਥੇ ਚਲੇ, ਕਿਉਂਕਿ ਦਰਸ਼ਕਾਂ ਨੂੰ ਵੀ ਜਦੋਂ ਇੱਕ ਵਾਰ ਕਹਿ ਲਓ ਨਾ ਵੀ ਦੇਖਣ ਦੀ ਹੈ, ਸੁਣਨ ਦੀ ਆਦਤ ਪੈ ਜਾਂਦੀ। ਦਰਸ਼ਕ ਵੀ ਸਾਡੇ ਨਾਲ ਟੀਵੀ ਰਾਹੀਂ ਗੱਲਬਾਤ ਕਰਦੇ ਹੈਗੇ ਹਨਾ, ਸਾਡੇ ਚੈਨਲ ਰਾਹੀਂ। ਤਾਂ ਦਰਸ਼ਕ ਵੀ ਸੋਚਦੇ ਹੋਣੇ ਵੀ ਬੀਬੀਆਂ ਕਿੱਥੇ ਗਈਆਂ, ਤੇ ਉਹ ਕਦੀ ਕਦੀ ਕੋਈ ਪਰੇਸ਼ਾਨੀਆਂ ਮਜਬੂਰੀਆਂ ਆ ਜਾਂਦੀਆਂ ਪ੍ਰੀਤ ਹਨਾ, ਜਿੰਨਾ ਕਰਕੇ ਆਪਾਂ ਨੂੰ ਛੁੱਟੀ ਵੀ ਲੈਣੀ ਪੈ ਜਾਂਦੀ ਹੈਗੀ ਹੈ। ਤੇ ਹੁਣ ਮੈਂ ਫਾਰਿਗ ਹੋ ਕੇ ਅੱਜ ਆਈ ਹਾਂ। ਅੱਜ ਮੈਂ ਆਪਣੇ ਦਰਸ਼ਕਾਂ ਨਾਲ ਰੂਬਰੂ ਹੋ ਰਹੀ ਹਾਂ, ਮੈਨੂੰ ਉਸ ਚੀਜ਼ ਦੀ ਬੜੀ ਖੁਸ਼ੀ ਹੋ ਰਹੀ ਹੈ। ਮੈਂ ਪ੍ਰੀਤ ਨਾਲ ਬੈਠੀ ਹਾਂ, ਅੱਜ ਮੈਂ ਪ੍ਰੀਤ ਨਾਲ ਗੱਲਾਂ ਕਰ ਰਹੀ ਹਾਂ, ਪ੍ਰੀਤ ਨਾਲ ਦੁੱਖ ਸੁੱਖ ਸਾਂਝੇ ਕਰਨੇ ਹੈਗੇ ਹੈ, ਦਰਸ਼ਕਾਂ ਨਾਲ ਦੁੱਖ ਸੁੱਖ ਸਾਂਝੇ ਕਰਨੇ ਹੈਗੇ ਹੈ। ਉਹ ਅੱਜ ਮੇਰਾ ਕਹਿ ਲਓ ਵੀ ਮੈਨੂੰ ਤਾਂ ਦਿਲੋਂ ਮਤਲਬ ਵਧੀਆ ਫੀਲ ਹੋ ਰਿਹਾ ਹੈ। ਬਿਲਕੁਲ ਮਮਤਾ, ਤੇ ਅੱਜ ਆਪਾਂ ਬੜੇ ਚਿਰ ਬਾਅਦ ਅੱਜ ਦਰਸ਼ਕਾਂ ਨਾਲ ਆਏ ਆ ਗੱਲਾਂ ਬਾਤਾਂ ਕਰਨ, ਤੇ ਅੱਜ ਦਾ ਟੌਪਿਕ ਕੀ ਲੈ ਕੇ ਆਏ ਆ ਆਪਾਂ? ਪ੍ਰੀਤ ਦੇਖੋ, ਜਿਹੜਾ ਆਪਾਂ ਕਹਿ ਰਹੇ ਹਾਂ ਕਿ ਮੈਨੂੰ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ, ਮੈਨੂੰ ਦਰਸ਼ਕਾਂ ਨੂੰ ਮਿਲ ਕੇ ਬੜੀ ਖੁਸ਼ੀ ਹੋਈ, ਇਹ ਟੌਪਿਕ ਜਿਹੜਾ ਹੈਗਾ ਨਾ, ਇਹ ਇਸੇ ਚੀਜ਼ ਨਾਲ ਰਿਲੇਟਡ ਅੱਜ ਦਾ ਅਸੀਂ ਕਰਾਂਗੇ ਕਿ ਮਤਲਬ ਰਿਸ਼ਤੇ। ਬਿਲਕੁਲ ਜਿੱਦਾਂ ਮੇਰਾ ਤੁਹਾਡੇ ਨਾਲ ਰਹਿਣ ਨਾਲ, ਤੁਹਾਡੇ ਨਾਲ ਮੇਰਾ ਇੱਕ ਰਿਸ਼ਤਾ ਬਣ ਗਿਆ, ਇੱਕ ਜਜ਼ਬਾਤ ਜੁੜ ਗਏ। ਮੇਰੇ ਦਰਸ਼ਕਾਂ ਨਾਲ ਰਹਿਣ ਨਾਲ ਮੇਰੇ ਉਹਨਾਂ ਨਾਲ ਰਿਸ਼ਤੇ ਜੁੜ ਗਏ, ਜਜ਼ਬਾਤ ਜੁੜ ਗਏ ਵੀ ਹਾਂ ਵੀ ਮੇਰੇ ਦਰਸ਼ਕ ਜਿਹੜੇ ਹੈਗੇ ਆ ਉਹ ਸਾਨੂੰ ਆਪਣੇ ਕਮੈਂਟਸ, ਸਾਡਾ ਪ੍ਰੋਗਰਾਮ ਸੁਣ ਕੇ ਕਰਦੇ ਹੈਗੇ ਆ, ਤੁਸੀਂ ਮੈਂ ਗੱਲਾਂ ਸਾਂਝੀਆਂ ਕਰਦੇ ਆ, ਠੀਕ ਆ। ਆਪਣੀਆਂ ਗੱਲਾਂ ਵਿੱਚ ਆਪਣੀ ਕਿੰਨੇ ਗੱਲਾਂ ਦਰਸ਼ਕਾਂ ਨਾਲ ਦੁੱਖ ਸੁੱਖ ਸਭ ਕੁਝ ਹੋ ਜਾਂਦਾ। ਇੱਕ ਰਿਸ਼ਤਾ ਹੀ ਬਣ ਜਾਂਦਾ ਜਦੋਂ ਅਸੀਂ ਕਿਸੇ ਨਾਲ ਰਹਿਣ ਲੱਗ ਜਾਂਦੇ ਆ ਨਾ। ਜਦੋਂ ਅਸੀਂ ਕਿਸੇ ਨਾਲ ਡੇਲੀ ਮਿਲ ਰਹੇ ਹਾਂ, ਸਾਨੂੰ ਉਹਦੇ ਬਿਨਾਂ ਸੁੰਨਾਪਨ ਲੱਗਣ ਲੱਗ ਪਿਆ, ਸਾਡਾ ਉਹਦੇ ਬਿਨਾਂ ਦਿਲ ਨਹੀਂ ਲੱਗਦਾ ਹੈਗਾ। ਤਾਂ ਉਹ ਆਪਸ ਜਦੋਂ ਜਜ਼ਬਾਤ ਜੁੜ ਗਏ ਤਾਂ ਉਹ ਰਿਸ਼ਤੇ। ਆਪਾਂ ਅੱਜ ਦਾ ਜਿਹੜਾ ਸਾਡਾ ਟੌਪਿਕ ਹੈਗਾ ਨਾ, ਇਹ ਰਿਸ਼ਤੇ ਕੀ ਹੁੰਦੇ ਹੈ, ਰਿਸ਼ਤਿਆਂ 'ਚ ਸਵਾਰਥ ਕਿਉਂ ਆਉਂਦਾ ਹੈ, ਰਿਸ਼ਤਿਆਂ 'ਚ ਨਿਰਾਸ਼ਾ ਕਿਉਂ ਹੁੰਦੀ ਹੈ, ਰਿਸ਼ਤਿਆਂ 'ਚ ਧੋਖੇ। ਮਤਲਬ ਬੇਸਿਕਲੀ ਤਾਂ ਵਰਡ ਤਾਂ ਜਿਹੜਾ ਸਾਡਾ ਮੇਨ ਹੈਗਾ ਉਹ ਰਿਸ਼ਤੇ ਹੈ। ਰਿਸ਼ਤੇ ਜਿਹੜੇ ਹੈਗੇ ਅੱਗੇ ਬੜੇ ਹਿੱਸਿਆਂ ਵਿੱਚ ਡਿਵਾਈਡ ਹੈਗੇ ਆ। ਮਤਲਬ ਆਪਾਂ ਹੌਲੀ ਹੌਲੀ ਆਪਣੇ ਦਰਸ਼ਕਾਂ ਨਾਲ ਆਪਣੀ ਜਿਹੜੀਆਂ ਹੈਗੀਆਂ ਗੱਲਾਂ ਸਾਂਝੀਆਂ ਕਰਾਂਗੇ ਵੀ ਹਾਂ ਵੀ ਪਹਿਲਾਂ ਤਾਂ ਰਿਸ਼ਤੇ। ਪਹਿਲਾਂ ਤਾਂ ਮੈਂ ਆਪਣੇ ਦਰਸ਼ਕਾਂ ਨਾਲ ਇਹੀ ਚੀਜ਼ ਪ੍ਰੀਤ, ਤੁਹਾਡੇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਨੂੰ ਪਹਿਲਾਂ ਤਾਂ ਉਹੀ ਸਤਿ ਸ੍ਰੀ ਅਕਾਲ ਬੁਲਾਵਾਂਗੀ ਹਨਾ, ਪ੍ਰੀਤ ਵੱਲੋਂ ਤੇ ਮੇਰੇ ਵੱਲੋਂ ਆਪਣੇ ਦਰਸ਼ਕਾਂ ਨੂੰ ਜਿਹੜੀ ਹੈਗੀ ਸਤਿ ਸ੍ਰੀ ਅਕਾਲ। ਤੇ ਦੂਜੀ ਗੱਲ ਵੀ ਜਿੱਦਾਂ ਆਪਾਂ ਟੌਪਿਕ ਅੱਜ ਦਾ ਕੀਤਾ ਹੈਗਾ ਰਿਸ਼ਤੇ ਪ੍ਰੀਤ ਹੁੰਦੇ ਆ ਸਾਡੇ ਅੰਦਰ ਦੇ ਜਜ਼ਬਾਤ, ਠੀਕ ਹੈ। ਜਦੋਂ ਅਸੀਂ ਕਿਸ ਨੂੰ ਰੋਜ਼ ਮਿਲ ਰਹੇ ਆ, ਕਿਸ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰ ਰਹੇ ਆ, ਕਿਸ ਨੂੰ ਦੇਖੇ ਬਿਨਾਂ ਦਿਲ ਨਹੀਂ ਲੱਗਦਾ, ਉਹ ਰਿਸ਼ਤੇ ਇਕੱਲੇ ਕਹਿ ਲਓ ਵੀ ਇੱਕ ਪਰਿਵਾਰ 'ਚ ਨਹੀਂ ਹੁੰਦੇ। ਆਪਾਂ ਉਹਨਾਂ ਦੇ ਜਾਨ ਵਾਰਦੇ ਆ, ਉਹਨਾਂ ਦੀ ਕਦਰ ਕਰਦੇ ਆ, ਮਤਲਬ ਜਿਹਨੂੰ ਕਹਿੰਦੇ ਨੇ ਇੱਕ ਰੂਹ ਬਣ ਜਾਂਦਾ, ਉਹ ਚੀਜ਼ ਹੋ ਜਾਂਦੀ ਹੈ। ਬਿਲਕੁਲ। ਔਰ ਇਹ ਰਿਸ਼ਤੇ ਇਕੱਲੇ ਪਰਿਵਾਰ 'ਚ ਨਹੀਂ ਹੁੰਦੇ ਕਿ ਹਾਂ ਇਹ ਮਾਂ-ਬਾਪ ਨਾਲ ਹੋ ਗਏ ਜਾਂ ਪਤੀ ਪਤਨੀ ਨਾਲ ਹੋ ਗਏ ਜਾਂ ਬੱਚੇ ਨਾਲ ਹੋ ਗਏ। ਇਹ ਰਿਸ਼ਤੇ ਆਪਣੇ ਪਰਿਵਾਰ ਤੋਂ ਬਾਹਰ ਸਮਾਜ ਵਿੱਚ ਵੀ ਹੁੰਦੇ। ਸਮਾਜ ਵਿੱਚ ਵੀ ਸਾਡੀ ਜ਼ਿੰਦਗੀ ਵਿੱਚ ਕਈ ਇਨਸਾਨ ਇੰਝ ਦੇ ਹੁੰਦੇ ਆ ਕਿ ਜਿਨ੍ਹਾਂ ਨੂੰ ਅਸੀਂ ਬਹੁਤ ਜ਼ਿਆਦਾ ਮਤਲਬ ਦਿਲੋਂ ਪਿਆਰ ਕਰਨ ਲੱਗ ਜਾਂਦੇ, ਜਿਨ੍ਹਾਂ ਨਾਲ ਰਹੇ ਬਿਨਾਂ ਸਾਡਾ ਗੁਜ਼ਾਰਾ ਨਹੀਂ, ਜਿਨ੍ਹਾਂ ਨਾਲ ਗੱਲ ਕੀਤੇ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈਗਾ। ਉਹ ਚੀਜ਼, ਉਸ ਚੀਜ਼ ਨੂੰ ਅਸੀਂ ਫਿਰ ਨਾਮ ਦੇ ਦਿੰਦੇ ਇੱਕ ਰਿਸ਼ਤੇ ਦਾ, ਠੀਕ ਹੈ। ਉਹ ਰਿਸ਼ਤਾ ਕਿਸੇ ਨਾਲ ਜਿਹੜਾ ਹੁੰਦਾ ਹੈ ਮਤਲਬ ਪ੍ਰੋਫੈਸ਼ਨਲ ਵੀ ਹੋ ਸਕਦਾ ਹੈ, ਕਿਸੇ ਨਾਲ ਸਮਾਜਿਕ ਹੋ ਸਕਦਾ ਹੈ, ਕਿਸੇ ਨਾਲ ਮਾਨਸਿਕ ਹੋ ਸਕਦਾ ਹੈਗਾ, ਕਿਸੇ ਨਾਲ ਕਹਿ ਲਓ ਵੀ ਮਤਲਬ ਕਈ ਰਿਸ਼ਤਿਆਂ ਦਾ ਕੋਈ ਨਾਮ ਹੀ ਨਹੀਂ ਹੁੰਦਾ ਹੈਗਾ। ਮਤਲਬ ਰਿਸ਼ਤਾ ਹੁੰਦਾ ਹੈ ਵੀ ਇਨਸਾਨ ਕਹਿੰਦਾ ਕਿ ਨਹੀਂ ਯਾਰ ਇਹ ਬੰਦਾ ਮੇਰੀ ਲਾਈਫ 'ਚ ਇੰਪੋਰਟੈਂਟ ਹੈ, ਪਰ ਉਹਦਾ ਰਿਸ਼ਤਾ ਕੀ ਹੈ ਉਹ ਕੁਛ ਨਹੀਂ ਆਪਾਂ ਨੂੰ ਮਤਲਬ ਕਈ ਵਾਰ ਉਹ ਚੀਜ਼ ਵੀ ਪਤਾ ਨਹੀਂ ਹੁੰਦੀ, ਪਰ ਅਸੀਂ ਉਸ ਇਨਸਾਨ ਨਾਲ ਬਹੁਤ ਜ਼ਿਆਦਾ ਅਟੈਚ ਹੁੰਦੇ ਆ। ਇਹ ਤਾਂ ਆਪਣੀ ਰਿਸ਼ਤਿਆਂ ਦੀ ਹੋ ਗਈ ਟਾਈਪ। ਤੇ
ਤੁਸੀਂ ਹੁਣ ਦੱਸੋ ਕਿ ਪ੍ਰੀਤ ਤੁਹਾਡੇ ਅਕੋਰਡਿੰਗ ਅਸੀਂ ਰਿਸ਼ਤੇ ਕਿੱਦਾਂ ਕਾਊਂਟ ਕਰ ਸਕਦੇ ਹਾਂ? ਜੀ ਬਿਲਕੁਲ, ਰਿਸ਼ਤਿਆਂ ਨੂੰ ਇੱਕ ਰਿਸ਼ਤਾ ਹੁੰਦਾ, ਮੈਂ ਦੱਸਣਾ ਚਾਹਾਂਗੀ ਕਿ ਇੱਕ ਇਨਸਾਨ ਹੁੰਦਾ ਹੈ ਜਿਹੜਾ ਕਿ ਦੂਜੇ ਇਨਸਾਨ ਨੂੰ ਪਿਆਰ ਕਰਦਾ ਹੈ, ਪਰਵਾਹ ਕਰਦਾ ਹੈ ਤੇ ਹਰ ਇੱਕ ਤਰ੍ਹਾਂ ਨਾਲ ਉਹਦੀ ਇੱਜ਼ਤ ਕਰਦਾ ਹੈ, ਪਰ ਉਹਨੂੰ ਬਦਲ ਕੇ ਉਹਦੇ ਪਲਟੇ 'ਚ ਉਹਨੂੰ ਕੁਝ ਨਹੀਂ ਮਿਲਦਾ, ਉਹਨੂੰ ਸਿਰਫ ਨਿਰਾਸ਼ਾ ਮਿਲਦੀ ਹੈ। ਬਿਲਕੁਲ ਮਮਤਾ ਜੀ, ਉਹਨੂੰ ਸਿਰਫ ਨਿਰਾਸ਼ਾ ਹੀ ਮਿਲਦੀ ਹੈ ਉਸਨੂੰ, ਉਸਦੇ ਬਦਲੇ। ਉਹ ਪਤਾ ਕਿਉਂ ਹੁੰਦਾ ਹੈਗਾ ਇਹ ਨਿਰਾਸ਼ਾ ਕਿਉਂ ਮਿਲਦੀ? ਕਈ ਵਾਰ ਨਾ ਇਨਸਾਨ ਤਾਂ ਇਨਸਾਨ ਨਾਲ ਜੁੜ ਜਾਂਦਾ ਹੈ, ਠੀਕ ਹੈ, ਉਹਨਾਂ ਨੂੰ ਜੁੜਿਆ ਸਮਾਂ ਗੁਜ਼ਾਰਿਆ ਬਹੁਤ ਸਮਾਂ ਮਤਲਬ ਲੰਘ ਵੀ ਜਾਂਦਾ ਹੈਗਾ, ਪਰ ਕਈ ਵਾਰ ਨਾ ਉਹ ਜਿਵੇਂ ਕਹਿੰਦੇ ਨਾ ਉਹਨਾਂ ਦੇ ਸੁਭਾਅ ਅਲੱਗ-ਅਲੱਗ ਹੁੰਦੇ ਆ। ਇੱਕ ਇਨਸਾਨ ਦੀ ਤਾਂ ਜਿਹੜੀ ਕਹਿ ਲਓ ਵੀ ਆਦਤ ਹੁੰਦੀ ਹੈ ਕਿ ਨਹੀਂ ਮੈਂ ਤਾਂ ਮਤਲਬ ਇਹਦੇ ਬਿਨਾਂ ਰਹਿ ਨਹੀਂ ਸਕਦਾ, ਮੇਰਾ ਇਹਦੇ ਬਿਨਾਂ ਗੁਜ਼ਾਰਾ ਨਹੀਂ ਹੈਗਾ, ਕਿ ਮੈਂ ਤਾਂ ਇਹਦੇ ਨਾਲ ਬਹੁਤ ਪਿਆਰ ਕਰਦਾ। ਪਰ ਜਿਹੜਾ ਕਹਿ ਲਓ ਕਿ ਦੂਜੇ ਇਨਸਾਨ ਦੀ ਫਿਤਰਤ ਹੁੰਦੀ, ਦੂਜੇ ਹਰ ਇਨਸਾਨ ਦੀ ਉਹੀ ਨਾ ਮੈਂ ਜਿੱਦਾਂ ਕਿਹਾ ਵੀ ਉਹਨਾਂ ਦੀ ਫਿਤਰਤ ਇੱਕ ਨਹੀਂ ਹੁੰਦੀ ਹੈਗੀ, ਫਿਤਰਤ ਅਲੱਗ-ਅਲੱਗ ਹੁੰਦੀ ਹੈ। ਕਈ ਇਨਸਾਨ ਦਾ ਹੁੰਦਾ ਹੈ ਕਿ ਚਲੋ ਚੱਲੀਏ, ਠੀਕ ਹੈ, ਨਹੀਂ ਮੰਨ ਪਾਇਆ ਤਾਂ ਅਗਲਾ, ਉਹ ਨਹੀਂ ਮੰਨ ਪਾਇਆ ਤਾਂ ਅਗਲਾ। ਪਰ ਇਸ ਚੀਜ਼ ਦਾ ਉਹਨਾਂ ਦੇ ਮਨ ਵਿੱਚ, ਕਿਉਂਕਿ ਉਹਨਾਂ ਦੀ ਫਿਤਰਤ ਹੀ ਇਹ ਹੈ, ਉਹਨਾਂ ਦੇ ਮਨ ਵਿੱਚ ਇਹ ਚੀਜ਼ ਨਹੀਂ ਆ ਪਾਉਂਦੀ ਹੈਗੀ ਕਿ ਅਸੀਂ ਕਿਸ ਨੂੰ ਜ਼ਖਮ ਦੇ ਰਹੇ ਹਾਂ, ਉਹ ਇਨਸਾਨ ਅੱਗੇ ਉਹਦੇ ਤੇ ਕੀ ਗੁਜ਼ਰ ਰਹੀ ਹੋਵੇ। ਦੋ ਤਰ੍ਹਾਂ ਦੇ ਇਨਸਾਨ ਹੁੰਦੇ ਨੇ ਮਮਤਾ। ਇੱਕ ਇਨਸਾਨ ਹੁੰਦਾ ਜਿਵੇਂ ਤੁਸੀਂ ਦੱਸਿਆ ਕਿ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਸਾਹਮਣੇ ਵਾਲੇ ਦਾ ਮੈਂ ਕਰ ਰਿਹਾ, ਮੈਨੂੰ ਮਿਲ ਰਿਹਾ ਪਲਟੇ 'ਚ ਕੁਝ ਪਿਆਰ ਜਾਂ ਨਹੀਂ, ਉਹ ਦੂਜਾ ਬਦਲਦਾ, ਉਹ ਫਿਰ ਉਹ ਤੀਜਾ। ਜ਼ਰੂਰੀ ਨਹੀਂ ਹੈ ਕਿ ਕੁੜੀ ਮੁੰਡਿਆਂ ਦੇ ਵਿੱਚ ਹੀ ਇਹ ਗੱਲਾਂ ਹੁੰਦੀਆਂ ਨੇ, ਹਰ ਇੱਕ ਰਿਸ਼ਤੇ ਦੇ ਵਿੱਚ ਹੁੰਦੀਆਂ ਨੇ, ਦੋਸਤੀ 'ਚ ਵੀ ਹੁੰਦੀਆਂ ਨੇ, ਫਰੈਂਡਸ ਕੁੜੀਆਂ ਆਪਸ 'ਚ ਹੁੰਦੀਆਂ ਨੇ, ਭਾਵੇਂ ਮੁੰਡੇ ਨੇ, ਭਾਵੇਂ ਰਿਸ਼ਤੇਦਾਰੀਆਂ 'ਚ ਨੇ, ਰਿਸ਼ਤੇਦਾਰੀਆਂ 'ਚ ਵੀ ਇਹ ਚੀਜ਼ਾਂ ਬੜੀਆਂ ਦੇਖਣ ਨੂੰ ਮਿਲਦੀਆਂ ਨੇ ਇਹ ਚੀਜ਼ਾਂ। ਤੇ ਇਸ ਦੇ ਨਾਲ ਹੀ ਕਿ ਅਗਰ ਉਹ ਬਦਲਦੇ ਰਹਿੰਦੇ ਨੇ ਕਿ ਹਾਂ ਮੇਰੀ ਇਹਦੇ ਨਾਲ ਨਹੀਂ ਬਣੀ ਤਾਂ ਉਹਦੇ ਨਾਲ ਸੀ, ਉਹਦੇ ਨਾਲ ਨਹੀਂ ਬਣੀ ਤਾਂ ਇਹਦੇ ਨਾਲ ਸੀ, ਸੋ ਚੀਟ ਕਰਦੇ ਰਹਿੰਦੇ ਨੇ ਇੱਕ ਦੂਜੇ ਨਾਲ। ਇਸੇ ਤਰ੍ਹਾਂ ਮੈਂ ਇੱਕ ਗੱਲ ਦੱਸਣੀ ਚਾਹਾਂਗੀ ਕਿ ਇੱਕ ਬੰਦਾ ਸੀ, ਉਸ ਇਨਸਾਨ ਨੇ ਹਰ ਕਿਸੇ ਦਾ ਕੀਤਾ, ਆਪਣੀ ਫੈਮਿਲੀ ਦਾ, ਆਪਣੇ ਦੋਸਤ ਦਾ, ਮਤਲਬ ਹਰ ਕਿਸੇ ਦਾ ਉਹ ਜਾਨਵਰ ਦਾ ਸੀ, ਪਿਆਰ ਕਰਦਾ ਸੀ, ਉਹਨਾਂ ਨੂੰ ਉਹਦੀ ਕਦਰ ਕਰਦਾ ਸੀ, ਉਹਨਾਂ ਦੀ ਹਰ ਇੱਕ ਚੀਜ਼ 'ਚ ਪਰਵਾਹ ਕਰਦਾ ਸੀ, ਪਰ ਉਹਨੂੰ ਪਲਟੇ ਦੇ ਵਿੱਚ ਨਿਰਾਸ਼ਾ ਹੀ ਮਿਲੀ, ਉਹ ਹਾਰ ਕੇ ਬੈਠ ਜਾਂਦਾ ਉਹ ਇਨਸਾਨ। ਜਦੋਂ ਹਰ ਇਨਸਾਨ ਨਾਲ ਇੱਦਾਂ ਹੁੰਦਾ ਹੈ ਕਿ ਅਗਰ ਉਹ ਦੂਸਰੇ ਪਰਸਨ ਦਾ ਬਹੁਤ ਜ਼ਿਆਦਾ ਦਿਲੋਂ ਕਰ ਰਿਹਾ ਤੇ ਉਹਨੂੰ ਪਲਟੇ ਦੇ ਵਿੱਚ ਕੁਝ ਵੀ ਨਾ ਮਿਲੇ, ਤਾਂ ਹੀ ਲੋਕ ਡਿਪਰੈਸ਼ਨ ਦਾ ਸ਼ਿਕਾਰ ਬਿਲਕੁਲ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਉਹ ਹਾਰ ਕੇ ਬੈਠ ਜਾਂਦੇ ਨੇ ਕਿ ਹੁਣ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਬੰਦਾ ਮਾੜਾ ਨਹੀਂ ਹੁੰਦਾ, ਉਹਦੇ ਹਾਲਾਤ ਉਸ ਨੂੰ ਮਾੜਾ ਬਣਾ ਦਿੰਦੇ ਨੇ, ਉਹਦੇ ਕਰਮ ਮਾੜਾ ਕਰ ਦਿੰਦੇ। ਬਿਲਕੁਲ ਇਨਸਾਨ ਬਿਲਕੁਲ ਸਹੀ ਹੁੰਦਾ ਹੈ, ਬਟ ਹੌਲੀ ਹੌਲੀ ਜਿੱਦਾਂ ਜਿੱਦਾਂ ਉਸ ਨਾਲ ਜ਼ਿੰਦਗੀ ਦੇ ਵਿੱਚ ਵਾਪਰਦਾ ਜਾਂਦਾ ਹੈ, ਉਹਨੂੰ ਡਿਪਰੈਸ਼ਨ ਹੋ ਜਾਂਦੀ ਹੈ, ਉਹਨਾਂ ਨੂੰ ਧੋਖੇ ਮਿਲਣੇ ਸ਼ੁਰੂ ਹੋ ਜਾਂਦੇ ਨੇ ਤੇ ਉਹ ਇਨਸਾਨ ਹਾਰ ਜਾਂਦਾ ਹੈ, ਉਹ ਬੈਠ ਜਾਂਦਾ ਹੈ ਕਿ ਹੁਣ ਮੈਂ ਕੀ ਕਰਾਂ। ਇਸੇ ਤਰ੍ਹਾਂ ਮੈਂ ਗੱਲ ਦੱਸ ਰਹੀ ਸੀ ਕਿ ਉਹ ਬੰਦਾ ਸੀ, ਇੱਕ ਬੰਦਾ ਜਿਸ ਨਾਲ ਇਹ ਚੀਜ਼ ਹੋਈ, ਉਹ ਹਾਰ ਕੇ ਬੈਠ ਗਿਆ ਕਿ ਹੁਣ ਮੈਂ ਕੀ ਕਰਾਂ, ਮੈਂ ਸਭ ਦਾ ਕਰਦਾ ਕਿ ਇਹ ਕੀ। ਫਿਰ ਜਦੋਂ ਹਾਰ ਗਿਆ ਤਾਂ ਉਹ ਇੱਕ ਮਹਾਤਮਾ ਜੀ ਕੋਲ ਜਾਂਦਾ ਹੈ, ਤਾਂ ਉਹ ਮਹਾਤਮਾ ਜੀ ਨੂੰ ਜਾ ਕੇ ਆਪਣੀ ਗੱਲ ਦੱਸਦਾ ਕਿ ਮੈਂ ਹਰ ਕਿਸੇ ਦਾ ਕਰਦਾ, ਪਰਵਾਹ ਕਰਦਾ, ਆਪਣੀ ਫੈਮਿਲੀ ਦੀ, ਆਪਣੇ ਦੋਸਤਾਂ ਦੀ, ਆਪਣੇ ਸਮਾਜ ਦੀ, ਸਭ ਦਾ ਕਰਦਾ, ਲੇਕਿਨ ਮੈਨੂੰ ਕੋਈ ਪਿਆਰ ਨਹੀਂ ਕਰਦਾ, ਕੋਈ ਮੇਰੀ ਕਦਰ ਨਹੀਂ ਕਰਦਾ, ਕਿ ਐਦਾਂ ਕਿਉਂ। ਤਾਂ ਮਹਾਤਮਾ ਜੀ ਨੇ ਉਹਨੂੰ ਕਿਹਾ ਕਿ ਤੂੰ ਇੱਕ ਵਾਰ ਇਹ ਗੱਲ ਛੱਡ, ਇਹ ਗੱਲ ਆਪਾਂ ਬਾਅਦ ਦੇ ਵਿੱਚ ਕਰਾਂਗੇ, ਵੀ ਮੈਂ ਤੈਨੂੰ ਇੱਕ ਗੱਲ ਕਹਿਣਾ, ਇੱਕ ਕੰਮ ਦੱਸਦਾ, ਤੂੰ ਉਹ ਕੰਮ ਕਰ। ਤੇ ਉਸ ਤੋਂ ਬਾਅਦ ਉਹ ਇਨਸਾਨ ਨੂੰ, ਉਸ ਬੰਦੇ ਨੂੰ ਮਹਾਤਮਾ ਜੀ ਨੇ ਇੱਕ ਰਿੰਗ ਦਿੱਤੀ। ਉਸ ਰਿੰਗ ਨੂੰ ਉਹਨਾਂ ਨੇ ਕਿਹਾ ਕਿ ਇਹ ਰਿੰਗ ਮੈਂ ਤੈਨੂੰ ਦੇ ਰਿਹਾ, ਇਹ ਰਿੰਗ ਤੂੰ ਮਾਰਕੀਟ 'ਚ ਜਾ, ਸਾਰੀਆਂ ਸ਼ਾਪਸ, ਐਵਰੀਥਿੰਗ ਸ਼ਾਪ, ਕੋਈ ਜ਼ਰੂਰੀ ਨਹੀਂ ਹੈ ਕਿ ਸੁਨਾਰ ਦੀ ਜਾ ਕੇ ਹੀ ਇਹਦੀ ਕੀਮਤ ਪੁੱਛਣੀ ਹੈ, ਕਿਸੇ ਨੂੰ ਵੀ ਜਾ ਕੇ ਇਸ ਦੀ ਕੀਮਤ ਪੁੱਛ ਤੇ ਉਹ ਕੀਮਤ ਕੀ ਹੈ ਉਹ ਤੂੰ ਪਲਟ ਕੇ ਮੈਨੂੰ ਆ ਕੇ ਦੱਸਣੀ ਹੈ ਕਿ ਉਹਦੀ ਕੀ ਕੀਮਤ ਹੈ। ਉਸ ਤੋਂ ਬਾਅਦ ਉਹ ਬੰਦਾ ਰਿੰਗ ਲੈ ਕੇ ਮਹਾਤਮਾ ਜੀ ਕੋਲੋਂ ਉਹ ਚਲੇ ਜਾਂਦਾ, ਉਹ ਮਾਰਕੀਟ ਦੇ ਵਿੱਚ ਜਾਂਦਾ ਹੈ ਤੇ ਮਾਰਕੀਟ 'ਚ ਜਾ ਕੇ ਉਹ ਸਬਜ਼ੀ ਵਾਲੇ ਨੂੰ ਪੁੱਛਦਾ ਹੈ ਕਿ ਬਾਈ ਇਸ ਰਿੰਗ ਦੀ ਕੀ ਕੀਮਤ ਹੈ। ਤੇ ਉਹ ਸਬਜ਼ੀ ਵਾਲਾ ਕਹਿੰਦਾ ਕਿ ਇਸ ਕੀਮਤ ਦੇ ਬਦਲੇ ਮੈਂ ਤੈਨੂੰ ਸਬਜ਼ੀ ਦੇ ਸਕਦਾ, ਜਾਂ ਸਬਜ਼ੀ ਤੋਂ ਇਲਾਵਾ ਜੇ ਤੂੰ ਸਬਜ਼ੀ ਨਹੀਂ ਲੈਣੀ ਤਾਂ ਮੈਂ 1000 ਰੁਪਇਆ ਦੇ ਸਕਦਾ। ਤੇ ਫਿਰ ਉਹ ਪਲਟ ਕੇ ਉਹਨੂੰ ਸਬਜ਼ੀ ਵਾਲੇ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਰਿੰਗ ਤਾਂ ਵੇਚਣ ਨਹੀਂ ਆਇਆ, ਪਰ ਮੈਂ ਇਹਦੀ ਸਿਰਫ ਤੈਨੂੰ ਕੀਮਤ ਪੁੱਛਣ ਆਇਆ ਸਿਰਫ ਜੀ, ਬਿਲਕੁਲ ਵੀ ਮੈਂ ਤੈਨੂੰ ਕੀਮਤ ਪੁੱਛਣ ਆਇਆ। ਤੇ ਉਹਨੂੰ ਛੱਡ ਕੇ ਉਹ ਦੂਜੇ ਕੋਲ ਚਲ ਜਾਂਦਾ, ਤੇ ਦੂਜੇ ਕੋਲ ਜਦੋਂ ਜਾਂਦਾ ਵੱਡਾ ਵਪਾਰੀ ਹੁੰਦਾ, ਵੱਡੇ ਵਪਾਰੀ ਨੂੰ ਕਹਿੰਦਾ ਕਿ ਮੈਂ ਤੈਨੂੰ ਇਹ ਰਿੰਗ ਦੇਣਾ ਚਾਹੁੰਦਾ, ਤੂੰ ਕਿੰਨੇ ਵਿੱਚ ਲਏਗਾ। ਤੇ ਉਹ ਕਹਿੰਦੇ ਕਿ ਮੈਂ 10,000 ਦੇ ਵਿੱਚ ਇਹ ਤੇਰੀ ਰਿੰਗ ਰੱਖਾਂਗਾ। ਤੇ ਉਹ ਸੋਚਦਾ ਵੀ ਉਹ ਤਾਂ ਮੈਨੂੰ 1000 ਰੁਪਇਆ ਦੇ ਰਿਹਾ ਸੀ, ਇਹ ਮੈਨੂੰ 10,000 ਦੇ ਰਿਹਾ। ਤੇ ਉਹ ਉੱਥੇ ਵੀ ਉਹਦਾ ਦਿਮਾਗ ਘੁੰਮਦਾ ਤੇ ਉਹ ਕਹਿੰਦਾ ਵੀ ਮੈਂ ਤਾਂ ਸਿਰਫ ਕੀਮਤ ਪੁੱਛਣੀ ਸੀ। ਬੰਦੇ ਦੀ ਸੋਚ ਦਾ ਫਰਕ ਪੈ ਗਿਆ ਨਾ, ਫਰਕ ਪੈ ਗਿਆ। ਤੇ ਫਿਰ ਉਹ ਉੱਥੋਂ ਵੀ ਵਾਪਸ ਮੁੜ ਜਾਂਦਾ। ਉਸ ਤੋਂ ਬਾਅਦ ਉਹ ਜਾਂਦਾ ਹੈ ਸੁਨਾਰ ਕੋਲ,
ਤੇ ਉਹ ਸੁਨਾਰ ਨੂੰ ਕਹਿੰਦਾ ਕਿ ਮੈਂ ਰਿੰਗ ਵੇਚਣਾ ਚਾਹੁੰਦਾ, ਤੂੰ ਕਿੰਨੇ ਚ ਲਏਗਾ? ਉਹ ਕਹਿੰਦਾ ਇਹ ਤਾਂ ਕੀਮਤ ਰਿੰਗ ਬੜੀ ਵਧੀਆ ਕਿ ਮੈਂ ਤਾਂ ਇਹਦੀ ਬਹੁਤ ਕੀਮਤ ਦੇ ਸਕਦਾ, 1 ਲੱਖ ਦੇ ਸਕਦਾ ਤੈਨੂੰ, ਤੂੰ ਮੈਨੂੰ ਹੁਣੇ ਇਹ ਰਿੰਗ ਦੇ। ਤੇ ਉਸ ਤੋਂ ਬਾਅਦ ਉਹ ਹੈਰਾਨ ਹੋ ਜਾਂਦਾ, ਕਿੱਥੇ 1000, ਕਿੱਥੇ 10000 ਤੇ ਕਿੱਥੇ 1 ਲੱਖ। ਤੇ ਉਸ ਤੋਂ ਬਾਅਦ ਫਿਰ ਉਹ ਉੱਥੋਂ ਵਾਪਸ ਚਲ ਜਾਂਦਾ ਤੇ ਉਹ ਜਾਂਦਾ ਜੋਹਾਰੇ ਕੋਲ, ਤੇ ਉਹ ਉਹਨੂੰ ਵੀ ਉਹੀ ਚੀਜ਼ਾਂ ਸੇਮ ਜਾ ਕੇ ਕਹਿੰਦਾ, ਤੇ ਉਹ ਉਹਨੂੰ ਪਲਟ ਕੇ ਕਹਿੰਦਾ ਕਿ ਮੈਂ ਤੈਨੂੰ ਇਸ ਦੀ ਕੋਈ ਕੀਮਤ ਨਹੀਂ ਦੇ ਸਕਦਾ, ਕਿਉਂਕਿ ਮੇਰੇ ਕੋਲ ਨਾ ਪੈਸਾ ਹੈ ਨਾ ਕੋਈ ਸ਼ੋਹਰਤ ਹੈ ਕਿ ਮੈਂ ਇਸ ਬਦਲੇ ਤੈਨੂੰ ਕੁਝ ਦੇ ਸਕਾਂ, ਕਿਉਂਕਿ ਇਹ ਰਿੰਗ ਬਹੁਤ ਮਹਿੰਗੀ ਹੈ ਜਿਸ ਦੇ ਮੈਂ ਕਾबिल नहीं, ਬੇਸ਼ਕੀਮਤੀ ਹੈ ਬਿਲਕੁਲ, ਕਿ ਜਿਸ ਦੇ ਮੈਂ ਕਾबिल नहीं है, मैं ਤੈਨੂੰ ਕੁਝ ਵੀ ਨਹੀਂ ਦੇ ਸਕਦਾ। ਸੋ ਉਹ ਪਲਟ ਕੇ ਵਾਪਸ ਮਹਾਤਮਾ ਜੀ ਕੋਲ ਜਾਂਦਾ ਹੈ ਤੇ ਮਹਾਤਮਾ ਜੀ ਨੂੰ ਕਹਿੰਦਾ ਕਿ ਮੈਂ ਤਾਂ ਤੁਹਾਨੂੰ ਕੁਝ ਪੁੱਛਿਆ ਸੀ, ਤੁਸੀਂ ਤਾਂ ਮੈਨੂੰ ਉਹਦਾ ਜਵਾਬ ਨਹੀਂ ਦੇ ਸਕਦੇ ਤੇ ਤੁਸੀਂ ਮੈਨੂੰ ਆ ਰਿੰਗ ਦੇ ਕੇ ਮਾਰਕੀਟ ਦੇ ਵਿੱਚ ਧੱਕੇ ਖਾਣ ਨੂੰ ਭੇਜ ਦਿੱਤਾ ਹੈ, ਜੋ ਕਿ ਮੇਰੀ ਗੱਲ ਦਾ ਤੁਸੀਂ ਜਵਾਬ ਨਹੀਂ ਦਿੱਤਾ। ਤੇ ਪਲਟ ਕੇ ਮਹਾਤਮਾ ਜੀ ਕਹਿੰਦੇ ਨੇ ਕਿ ਮੈਂ ਤੈਨੂੰ ਭੇਜਿਆ ਹੀ ਇਸ ਕੰਮ ਵਾਸਤੇ ਸੀ ਕਿ ਤੈਨੂੰ ਜਵਾਬ ਮਿਲ ਗਿਆ ਹੋਣਾ, ਕਿ ਇਹੀ ਉਹਦਾ ਜਵਾਬ ਸੀ ਕਿ ਤੂੰ ਸਬਜ਼ੀ ਵਾਲੇ ਕੋਲ ਗਿਆ, ਤੂੰ ਸੁਨਾਰ ਕੋਲ ਗਿਆ, ਸਭ ਨੇ ਤੈਨੂੰ ਆਪਣੀ ਆਪਣੀ ਰਾਏ ਦਿੱਤੀ। ਸੋ ਜਿਨ੍ਹਾਂ ਦੀ ਜਿੰਨਾ ਦਿਮਾਗ ਸੀ, ਜਿਨ੍ਹਾਂ ਕੋਲ ਜਿੰਨੀ ਉਹ ਸੋਚ ਸੀ ਉਹਨਾਂ ਦੀ, ਉਸ ਦੇ ਹਿਸਾਬ ਨਾਲ ਹੀ ਉਹਨਾਂ ਨੇ ਤੈਨੂੰ ਜੱਜ ਕੀਤਾ ਤੇ ਤੇਰੀ ਰਿੰਗ ਨੂੰ ਜੱਜ ਕੀਤਾ, ਉਸ ਹਿਸਾਬ ਨਾਲ ਹੀ ਉਹਨਾਂ ਨੇ ਤੈਨੂੰ ਕੀਮਤ ਦੱਸੀ। ਤਾਂ ਹੀ ਉਹੀ ਤੁਹਾਡੀ ਵਾਲੀ ਗੱਲ ਹੈ ਨਾ ਕਿ ਹਰ ਇਨਸਾਨ ਦੀ ਆਪਣੀ ਵਿੱਤ ਹੁੰਦੀ ਹੈ, ਆਪਣੀ ਸੈਂਸ ਹੁੰਦੀ ਹੈ ਵੀ ਉਹ ਕਿਸੇ ਚੀਜ਼ ਨੂੰ, ਕਿਸੇ ਇਨਸਾਨ ਨੂੰ ਮਤਲਬ ਕਿਸ ਹੱਦ ਤੱਕ ਉਹਨਾਂ ਦੀ ਸੈਂਸ ਜਿਹੜੀ ਹੈਗੀ ਹੈ ਮੇਜ਼ਰ ਕਰ ਸਕਦੀ ਹੈ, ਕਿਉਂਕਿ ਜਿੰਨੀ ਕੁ ਅਗਲੇ ਦੀ ਸੋਚ ਹੋਊਗੀ ਅਗਲਾ ਉਹਨਾਂ ਕੀ ਕਹੂਗਾ। ਅੱਜ ਕੱਲ ਤੁਹਾਨੂੰ ਪਤਾ ਹੈ ਰਿਸ਼ਤਿਆਂ ਵਿੱਚ ਕੀ ਚੱਲਦਾ ਪਿਆ, ਰਿਸ਼ਤਿਆਂ ਵਿੱਚ ਜੋ ਮੇਰੀ ਆਬਜ਼ਰਵੇਸ਼ਨ ਹੈ, ਮੇਰੀ ਆਬਜ਼ਰਵੇਸ਼ਨ ਹੈਗੀ ਕਿ ਅੱਜ ਕੱਲ ਜਿਹੜੇ ਤਾਂ ਅਮੀਰ ਹੈਗੇ ਆ ਉਹਨਾਂ ਦਾ ਤਾਂ ਹਰ ਕੋਈ ਭਾਈਵਾਲੀ ਹੈ, ਠੀਕ ਹੈ, ਜਿਨ੍ਹਾਂ ਦਾ ਨਾਮ ਹੈ ਉਹਨਾਂ ਦਾ ਵੀ ਹਰ ਕੋਈ ਭਾਈਵਾਲੀ ਹੈ, ਪਰ ਜਿਹੜੇ ਵਿਚਾਰੇ ਭਾਈ ਮਾਤੜ ਨੇ, ਠੀਕ ਹੈ, ਜਾਂ ਜਿਨ੍ਹਾਂ ਦਾ ਕੋਈ ਨਾਮ ਨਹੀਂ ਹੈਗਾ, ਉਹਨਾਂ ਵਿਚਾਰਿਆਂ ਨੂੰ ਕੋਈ ਪੁੱਛਦਾ ਵੀ ਨਹੀਂ ਹੈਗਾ। ਔਰ ਮੈਂ ਤੁਹਾਨੂੰ ਦੱਸਾਂ ਮਤਲਬ ਇਹ ਆਮ ਜ਼ਿੰਦਗੀ ਵਿੱਚ ਨਹੀਂ, ਮੈਂ ਵਿਆਹ ਸ਼ਾਦੀਆਂ 'ਚ ਵੀ ਦੇਖਿਆ ਵੀ ਵਿਆਹ ਸ਼ਾਦੀਆਂ 'ਚ ਅਸੀਂ ਜਾਂਦੇ ਆ ਨਾ ਕਈ ਵਾਰ, ਤੇ ਜੇ ਤਾਂ ਅਸੀਂ ਵੈਲ ਡਰੈਸਅਪ ਹੋ ਕੇ ਮਤਲਬ ਸਾਡੇ ਘਰ ਦੀ ਬੈਕਗ੍ਰਾਉਂਡ ਬੜੀ ਅੱਛੀ ਹੈਗੀ, ਅਸੀਂ ਬਹੁਤ ਵਧੀਆ, ਅਗਲਾ ਸਾਨੂੰ ਬੜਾ ਅੱਛਾ ਟਰੀਟ ਕਰਦਾ, ਸਭ ਨਾਲ ਮਿਲਵਾਉਂਦਾ ਹੈਗਾ। ਜੇ ਅਸੀਂ ਕਹਿ ਲਓ ਕਿ ਪਿੱਛੋਂ ਸਾਡਾ ਕਹਿ ਲਓ ਵੀ ਅਸੀਂ ਗਰੀਬ ਜਿਹੇ ਘਰ ਦੇ ਹੈਗੇ ਆ, ਕੋਈ ਸਾਡਾ ਮਤਲਬ ਕਹਿ ਲਓ ਇੰਨਾ ਉਹ ਨਹੀਂ ਹੈਗਾ, ਤੇ ਅਗਲਾ ਸਾਨੂੰ ਜਿਹੜਾ ਹੈਗਾ ਚੁੱਪਚਾਪ ਮਤਲਬ ਕਹਿ ਲਓ ਕਿ ਫਿਰ ਦੇਖ ਕੇ ਕੰਨੀ ਵੀ ਕੱਟ ਲੈਂਦਾ ਕਿ ਯਾਰ ਇਹਨੂੰ ਹੁਣ ਕਿਹਦੇ ਨਾਲ ਮਿਲਾਉਣਾ ਹੈਗਾ, ਉਹ ਚੀਜ਼ ਹੋ ਜਾਂਦੀ ਹੈ ਨਾ। ਔਰ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ, ਇਹ ਜਿਹੜੇ ਲੋਕੀ ਪੈਸੇ ਪਿੱਛੇ ਭੱਜਦੇ ਆ, ਜਿਹੜੇ ਅਮੀਰ ਲੋਕੀ ਨੇ, ਉਹਨਾਂ ਨੂੰ ਇਹ ਨਹੀਂ ਚੀਜ਼ ਸਮਝ ਆਉਂਦੀ ਹੈਗੀ ਕਿ ਕਈ ਵਾਰ ਪੈਸਾ ਉਹਨਾਂ ਕੋਲ ਵੀ ਮੁੱਕ ਸਕਦਾ ਹੈ, ਬਿਲਕੁਲ ਹਾਲਾਤ ਉਹਨਾਂ ਦੇ ਵੀ ਮਾੜੇ ਹੋ ਸਕਦੇ। ਜਦੋਂ ਉਹਨਾਂ ਦੇ ਹਾਲਾਤ ਮਾੜੇ ਹੋ ਜਾਣਗੇ ਤਾਂ ਜਿਹੜੇ ਇਹ ਭਾਈ ਮਾਤੜ ਲੋਕ ਨੇ, ਇਹ ਲੋਕੀ ਹੀ ਕੰਮ ਆਉਂਦੇ ਨੇ। ਬਿਲਕੁਲ, ਜਿਵੇਂ ਕਹਿੰਦੇ ਨੇ ਕਿ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਤੇ ਸਦਾ ਨਹੀਂ ਉਹ ਬੰਦੇ ਆ ਚੜਾਈਆਂ ਰਹਿੰਦੀਆਂ। ਉਹੀ ਨਾ ਵੀ ਜਦੋਂ ਫਿਰ ਉਹ ਬੰਦਾ ਸੋਚਦਾ ਹੈ ਕਿ ਨਹੀਂ ਯਾਰ ਮੈਂ ਇਹਦੇ ਨਾਲ ਬੁਰਾ ਕੀਤਾ, ਦੇਖੋ ਮੇਰੇ ਬੁਰੇ ਟਾਈਮ ਤੇ ਤਾਂ ਇਹੀ ਕੰਮ ਆਇਆ, ਇਸ ਨੂੰ ਰਿਸ਼ਤਾ ਕਹਿੰਦੇ, ਇਸ ਨੂੰ ਸੰਗੀ ਸਾਥੀ ਕਹਿੰਦੇ ਹੈਗੇ ਆ, ਠੀਕ ਹੈ। ਕਈ ਵਾਰ ਉਤਾਰ ਚੜਾਓ ਆ ਜਾਂਦੇ ਹੈਗੇ, ਜੇ ਉਹੀ ਗਰੀਬ ਬੰਦਾ ਉਸ ਅਮੀਰ ਬੰਦੇ ਦਾ ਵਰਤਾਓ ਯਾਦ ਰੱਖੇ, ਠੀਕ ਹੈ, ਕਿ ਮੇਰੇ ਨਾਲ ਤਾਂ ਇਹਨੇ ਐ ਵਰਤਾਵ ਕੀਤਾ ਸੀਗਾ, ਠੀਕ ਹੈ, ਵੀ ਹਾਂ ਵੀ ਇਹਨੇ ਮੈਨੂੰ ਘਰ ਗਿਆ ਉਹਨੂੰ ਪੁੱਛਿਆ ਨਹੀਂ ਹੈਗਾ, ਇਹਨੇ ਮੈਨੂੰ ਰੋਟੀ ਪਾਣੀ ਨਹੀਂ ਪੁੱਛਿਆ, ਇਹਨੇ ਮੇਰੀ ਇੱਜ਼ਤ ਨਹੀਂ ਕੀਤੀ, ਜੇ ਉਹ ਉਸ ਚੀਜ਼ ਨੂੰ ਆਪਣੇ ਦਿਲ ਵਿੱਚ ਰੱਖੇ ਤਾਂ ਕੱਲ ਨੂੰ ਜਦੋਂ ਉਸ ਬੰਦੇ ਤੇ ਬੁਰਾ ਟਾਈਮ ਆਇਆ ਤਾਂ ਫਿਰ ਉਹ ਉਹਦਾ ਸਾਥ ਨਾ ਦੇਵੇ। ਪਰ ਉਹੀ ਹੈ ਕਿ ਹਰ ਇਨਸਾਨ ਦੀ ਨਾ ਫਿਤਰਤ ਇੱਕ ਨਹੀਂ ਹੁੰਦੀ ਹੈਗੀ। ਬੰਦਾ ਕਹਿੰਦਾ ਕਿ ਨਹੀਂ ਯਾਰ, ਕਿਉਂਕਿ ਸਭ ਦੀ ਸੋਚ ਹੀ ਅਲੱਗ-ਅਲੱਗ ਹੈ, ਸਭ ਦੇ ਸੰਸਕਾਰ ਅਲੱਗ ਨੇ, ਸਭ ਦੀ ਗਰੋਨ ਅਪ ਅਲੱਗ ਹੈਗੀ ਹੈ, ਠੀਕ ਹੈ, ਸਭ ਦਾ ਸਰਕਲ ਅਲੱਗ ਰਹਿ ਚੁੱਕਾ ਹੈ। ਤਾਂ ਫਿਰ ਉਹਦੇ ਵਿੱਚ ਇਹ ਚੀਜ਼ ਨਹੀਂ ਹੁੰਦੀ ਹੈਗੀ ਕਿ ਹਾਂ ਵੀ ਉਹਨੇ ਸਾਡੇ ਨਾਲ ਕੀ ਕੀਤਾ ਜਾਂ ਉਹਨੇ ਸਾਡੇ ਨਾਲ ਕੀ ਕੀਤਾ। ਇਹ ਤਾਂ ਜਿਹੜੀ ਉਹਨਾਂ ਦੇ ਦਿਮਾਗ ਦੀ ਸੋਚ ਹੁੰਦੀ ਹੈ, ਜਾਂ ਅਗਲਾ ਕਿਸ ਗਰੋਨ ਅਪ ਵਿੱਚ ਪਲਿਆ ਹੈਗਾ, ਅਗਲੇ ਨੂੰ ਰਿਸ਼ਤਿਆਂ ਨੂੰ ਕਿੱਦਾਂ ਦੀ ਕਦਰ ਕਰਨੀ ਮਤਲਬ ਸਮਝਾਈ ਗਈ ਹੈਗੀ ਹੈ। ਅਮੀਰ ਗਰੀਬ ਦਾ ਜਿਹੜਾ ਫਰਕ ਹੈਗਾ ਉਹ ਨਾ ਮਤਲਬ ਬੰਦੇ ਦੇ ਮਨ ਵਿੱਚ ਆਵੇ ਨਾ, ਸਭ ਨੂੰ ਇੱਕ ਭਾਵਨਾ ਨਾਲ ਦੇਖਿਆ ਜਾਵੇ, ਵੀ ਇਹ ਨਾ ਦੇਖਿਆ ਜਾਵੇ ਕਿ ਹਾਂ ਵੀ ਉਹਦਾ ਤਾਂ ਨਾਮ ਬਹੁਤ ਚੱਲਦਾ ਹੈ, ਕਿ ਮੇਰੀ ਤਾਂ ਉਹਦੇ ਨਾਲ ਰੈਪੂਟੇਸ਼ਨ ਬਹੁਤ ਵਧੀਆ ਬਣ ਜੂਗੀ। ਇਹ ਨਹੀਂ ਹੋਣਾ ਚਾਹੀਦਾ ਹੈਗਾ ਵੀ ਹਾਂ ਜੇ ਤੁਸੀਂ ਸੰਗੀ ਸਾਥੀ ਹੈਗੇ, ਤੁਸੀਂ ਰਿਸ਼ਤੇਦਾਰ ਹੈਗੇ ਹੋ, ਤੁਹਾਡਾ ਆਪਸ ਵਿੱਚ ਕੋਈ ਭਾਈਚਾਰਾ ਹੈ, ਤੁਹਾਡਾ ਕੋਈ ਰਿਸ਼ਤਾ ਹੈਗਾ, ਤਾਂ ਤੁਸੀਂ ਇਸ ਚੀਜ਼ ਨੂੰ ਚਲਾਓ, ਤੁਸੀਂ ਉਹਨੂੰ ਗਰੀਬੀ ਅਮੀਰੀ ਦੇ ਉਹਦੇ ਵਿੱਚ ਨਾ ਕਰੋ। ਮੈਂ ਨਾ ਮਤਲਬ ਤੁਹਾਨੂੰ ਦੱਸਣਾ ਚਾਹਾਂਗੀ ਕਿ ਮਤਲਬ ਕਈ ਵਾਰ ਨਾ ਮੈਂ ਨਾਮ ਨਹੀਂ ਲਵਾਂਗੀ, ਬੜੇ ਮਤਲਬ ਕਹਿ ਲਓ ਮੇਰੀ ਰਿਸ਼ਤੇਦਾਰੀ ਵਿੱਚ ਇੰਜ ਦੇ ਹੈਗੇ ਕਿ ਜਿਹੜੇ ਇਸ ਚੀਜ਼ ਵਿੱਚ ਕਰਦੇ ਆ ਜੀ, ਨਾਪ ਤੋਲ ਕਰਦੇ ਹੈਗੇ ਅਮੀਰੀ ਗਰੀਬੀ ਵਿੱਚ, ਤੇ ਉਹ ਚੀਜ਼ ਬੜੀ ਦੁੱਖ ਦਿੰਦੀ ਹੈਗੀ ਹੈ ਕਿ ਮਤਲਬ ਕਿਉਂ ਕਿਸੇ ਦਾ ਅਸੀਂ ਦਿਲ ਦਿਖਾਈਏ ਵੀ ਹਾਂ ਵੀ ਤੂੰ ਸਾਡੇ ਸਟੈਂਡਰਡ ਦਾ ਨਹੀਂ ਹੈਗਾ, ਜਾਂ ਤੂੰ ਸਾਡੀ ਭਾਈਵਾਲੀ ਦਾ ਨਹੀਂ ਹੈਗਾ,
ਵੀ ਉਹਨੂੰ ਨਾ ਤਾਂ ਬੰਦਾ ਅੱਗੇ ਖੜਾ ਕਰਦਾ ਹੈ, ਨਾ ਉਹ ਯਾਰ ਹੈ ਤਾਂ ਤੁਹਾਡੇ ਟੱਬਰ ਤੋਂ ਹੀ ਹੈ ਤਾਂ ਤੁਹਾਡੀ ਰਿਸ਼ਤੇਦਾਰੀ ਹੋਈ ਹੈ ਤਾਂ ਤੁਹਾਡਾ ਪਿਆਰ ਹੀ ਹੈ। ਕੀ ਹੋਇਆ ਜੇ ਵਿਚਾਰੇ ਗਰੀਬ ਨੇ, ਕੀ ਹੋਇਆ ਜੇ ਭਾਈ ਮਾਤੜ ਨੇ। ਰਿਸ਼ਤਾ ਨਿਭਾਉਣਾ ਨਾ ਹਰ ਇੱਕ ਨੂੰ ਨਹੀਂ ਆਉਂਦਾ, ਹਰ ਇੱਕ ਨੂੰ ਨਹੀਂ ਆਉਂਦਾ, ਬਿਲਕੁਲ ਨਹੀਂ ਆਉਂਦਾ। ਰਿਸ਼ਤੇ ਵਿੱਚ ਨਿਰਾਸ਼ਾ ਕਿਉਂ ਪੈਂਦੀ ਹੈ? ਰਿਸ਼ਤੇ ਵਿੱਚ ਨਿਰਾਸ਼ਾ ਤਾਂ ਹੀ ਪੈਂਦੀ ਹੈ ਕਿਉਂਕਿ ਜਦੋਂ ਇੱਕ ਦੂਜੇ ਤੋਂ ਕਹਿ ਲਓ ਵੀ ਇੱਕ ਦੂਜੇ ਦੀ ਪਹਿਲਾਂ ਤਾਂ ਅਮੀਰੀ ਗਰੀਬੀ ਦਾ ਫਰਕ ਪੈ ਜਾਂਦਾ ਹੈ, ਫਿਰ ਇੱਕ ਦੂਜੇ ਨਾਲ ਕਦੀ ਖੁੱਲ ਕੇ ਗੱਲਾਂ ਨਹੀਂ ਕਰਨੀਆਂ, ਠੀਕ ਹੈ, ਇੱਕ ਦੂਜੇ ਤੋਂ ਤੁਸੀਂ ਲੁਕੋ ਰੱਖ ਰਹੇ ਹੋ ਬਿਲਕੁਲ, ਤੇ ਇੱਕਦਮ ਹੀ ਇਗਨੋਰ ਕਰਨਾ ਸ਼ੁਰੂ ਕਰ ਦੇਣਾ। ਹਾਂ ਉਹੀ ਨਾ, ਇੱਕ ਦੂਜੇ ਤੋਂ ਤੁਸੀਂ ਲੁਕੋ ਰੱਖ ਰਹੇ ਹੋ। ਇਹ ਇਕੱਲੀ ਮੈਂ ਇਹ ਨਹੀਂ ਕਹਿ ਰਹੀ ਵੀ ਰਿਸ਼ਤੇਦਾਰੀ ਵਿੱਚ, ਇਹ ਫਰੈਂਡ ਸਰਕਲ 'ਚ ਵੀ ਹੁੰਦਾ ਹੈਗਾ, ਹਰ ਇੱਕ ਰਿਸ਼ਤੇ ਜਿਹਨੂੰ ਆਪਾਂ ਰਿਸ਼ਤਾ ਕਹਿ ਦਿੰਦੇ ਹਾਂ, ਹਰ ਇੱਕ ਰਿਸ਼ਤੇ 'ਚ ਇਹ ਮੀਆਂ ਬੀਬੀ 'ਚ ਵੀ ਹੋ ਜਾਂਦਾ, ਇਹ ਕਈ ਵਾਰ ਭੈਣ ਭਰਾਵਾਂ 'ਚ ਵੀ ਹੋ ਜਾਂਦਾ, ਭੈਣ ਭਰਾ ਵੀ ਲੜ ਪੈਂਦੇ ਹੈਗੇ, ਉਹ ਵੀ ਇੱਕ ਦੂਜੇ ਤੋਂ ਗੱਲਾਂ ਲੁਕਾਉਣ ਲੱਗ ਜਾਂਦੇ ਹੈਗੇ ਆ। ਪਰ ਪਤਾ ਕੀ ਹੈ, ਰਿਸ਼ਤਾ ਕੀ ਹੁੰਦਾ ਹੈ? ਰਿਸ਼ਤਾ ਉਦੋਂ ਬਣਦਾ ਜਦੋਂ ਤੁਸੀਂ ਲੜ ਕੇ ਇੱਕ ਦੂਜੇ ਨੂੰ ਬੋਲ ਕੇ ਫਿਰ ਇਕਜੁੱਟ ਹੋ ਜਾਓ, ਬਿਲਕੁਲ ਉਹ ਰਿਸ਼ਤਾ ਹੁੰਦਾ ਹੈ। ਪਰ ਹਾਂ ਵੀ ਜੇ ਤੁਸੀਂ ਮਤਲਬ ਕਹਿ ਲਓ ਕਿ ਤੁਸੀਂ ਮਨ ਵਿੱਚ ਆਪਣੇ ਭਰੀ ਬੈਠੇ ਹੋ, ਵੀ ਗੁੱਸਾ ਭਰੀ ਬੈਠੇ ਹੋ, ਤੁਸੀਂ ਉਸ ਗੱਲ ਨੂੰ ਕੱਢ ਨਹੀਂ ਰਹੇ ਹੋ, ਠੀਕ ਹੈ, ਜਿੱਥੇ ਪਿਆਰ ਹੁੰਦਾ ਉੱਥੇ ਭਾਂਡਾ ਖੜਕਣਾ ਹੈ, ਠੀਕ ਹੈ, ਉੱਥੇ ਕੁਛ ਨਾ ਕੁਛ ਗੱਲਾਂ ਬਾਤਾਂ ਵੀ ਨਿਕਲਦੀਆਂ ਹੈਗੀਆਂ ਜਿਹਨੂੰ ਆਪਾਂ ਟੱਬਰਦਾਰੀ 'ਚ ਚੁਗਲੀਆਂ ਵੀ ਕਹਿ ਦਿੰਦੇ ਹਾਂ। ਤੇ ਉਸ ਮਮਤਾ ਚੁਗਲੀਆਂ ਦੇ ਰਾਹੀਂ ਤੇ ਰਿਸ਼ਤੇਦਾਰਾਂ ਦੇ ਵਿੱਚ ਫਿਰ ਦਰਾੜ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਕਈਆਂ ਨੂੰ ਆਦਤ ਹੁੰਦੀ ਹੈ ਕੰਨ ਭਰਨ ਦੀ, ਤੇ ਉਹ ਕੰਨ ਭਰਨ ਦੀ ਸਭ ਤੋਂ ਵੱਡੀ ਗਲਤੀ ਉਸ ਇਨਸਾਨ ਦੀ ਹੁੰਦੀ ਹੈ ਜਿਹਦੇ ਕੰਨ ਹੀ ਕੱਚੇ ਨੇ ਸੁਣਨ ਵਾਲੇ ਦੇ। ਸਭ ਤੋਂ ਵੱਡੀ ਗਲਤੀ ਮਮਤਾ ਜਿੱਥੇ ਤੱਕ ਮੈਨੂੰ ਲੱਗਦਾ ਹੈ ਤੇ ਉਹ ਜਿਹਦੇ ਕੰਨ ਕੱਚੇ ਨੇ, ਸਭ ਤੋਂ ਵੱਡੀ ਗਲਤੀ ਹੀ ਉਸ ਇਨਸਾਨ ਦੀ ਹੈ। ਉਹ ਤੁਸੀਂ ਸਹੀ ਕਿਹਾ ਵੀ ਜਿਹਦੇ ਕੰਨ ਕੱਚੇ ਹੁੰਦੇ, ਪਰ ਕਈ ਵਾਰ ਨਾ ਹਾਲਾਤ ਪ੍ਰੀਤ ਇੰਜ ਦੇ ਹੋ ਜਾਂਦੇ ਕਿ ਜਦੋਂ ਮਤਲਬ ਇੱਕੋ ਗੱਲ ਨੂੰ ਇੱਕ ਬੰਦਾ ਨਹੀਂ, ਕੋਈ 50 ਬੰਦੇ 100 ਬੰਦੇ ਹਿੱਟ ਕਰ ਰਹੇ ਹੈ, ਤਾਂ ਫਿਰ ਕਈ ਵਾਰ ਇਨਸਾਨ ਸੋਚਣ ਬਹਿ ਜਾਂਦਾ ਵੀ ਨਹੀਂ ਯਾਰ ਇਹ ਕਿਉਂ ਹਿੱਟ ਹੁੰਦੀ ਹੈ ਗੱਲ, ਫਿਰ ਉੱਥੇ ਦਰਾਰ ਪੈ ਜਾਂਦੀ। ਹੁਣ ਨਾ ਮੈਂ ਕੋਈ ਨਨਾਣ ਭਰਜਾਈ ਨੇ, ਮੈਂ ਕਿਸੇ ਦਾ ਮਤਲਬ ਮੈਟਰ ਡਿਸਕਸ ਕਰਨ ਲੱਗੀ ਆ ਤੇ ਉਹ ਨਾ ਬੜੀ ਦੇਰ ਦੀਆਂ ਆਪਸ ਵਿੱਚ ਬੋਲਦੀਆਂ ਨਹੀਂ ਹੈਗੀਆਂ, ਪਰ ਉਹ ਦੋਵੇਂ ਮੇਰੇ ਨਾਲ ਅਟੈਚਡ ਨੇ। ਤੇ ਮੈਂ ਨਾ ਕੱਲ ਕੋਈ ਸਟੇਟਸ ਉਹੀ ਪਾ ਦਿੱਤਾ ਜਿੱਦਾਂ ਰੂਟੀਨ 'ਚ ਬੰਦਾ ਪਾ ਦਿੰਦਾ ਹੈਗਾ WhatsApp ਤੇ, ਮੈਂ ਉਹੀ ਕੋਈ ਸਟੇਟਸ ਪਾ ਦਿੱਤਾ। ਤੇ ਹੁਣ ਉਹਨਾਂ 'ਚੋਂ ਨਨਾਣ ਭਰਜਾਈ 'ਚੋਂ ਇੱਕ ਜਿਹੜਾ ਮੈਂਬਰ ਹੈਗਾ ਉਹਦੇ ਨਾਲ ਮੇਰੀ ਬਹੁਤ ਵਧੀਆ ਹੈਗੀ ਤਾਂ ਚੱਲ ਦੋਵੇਂ ਮੇਰੇ ਨਾਲ ਬੋਲਦੀਆਂ ਨੇ, ਬਟ ਇੱਕ ਨਾਲ ਮੇਰੀ ਰੈਗੂਲਰ ਜਿੱਦਾਂ ਕਹਿੰਦੇ ਨਾ ਗੱਲਬਾਤ ਹੈਗੀ ਹੈ। ਤੇ ਕੱਲ ਉਹ ਨਨਾਣ ਤਾਂ ਚਲੋ ਮੇਰੇ ਟੱਚ ਵਿੱਚ ਹੈਗੀ ਆ, ਉਹਦੇ ਨਾਲ ਤਾਂ ਮੇਰੀ ਚਲੋ ਸੋਹਣੀ ਬਣਦੀ ਹੈ। ਉਹ ਕੱਲ ਮੇਰੇ ਸਟੇਟਸ ਤੇ ਭਰਜਾਈ ਦਾ ਕਮੈਂਟ ਆ ਗਿਆ ਰਾਈਟ ਜੀ। ਹੁਣ ਮਤਲਬ ਮੈਨੂੰ ਸਮਝ ਨਹੀਂ ਆਈ ਕਿ ਪਤਾ ਨਹੀਂ ਉਹ ਮੇਰੇ ਰਾਹੀਂ ਵੀ ਕੁਛ ਅੱਗੇ ਕਹਿ ਲੋ ਵੀ ਉਹ ਗੱਲ ਪਹੁੰਚਾਉਣਾ ਚਾਹੁੰਦੀ ਹੈ, ਕਿਉਂਕਿ ਮੈਂ ਕੁਛ ਨਾ ਚੁਗਲੀਆਂ ਸਮਥਿੰਗ ਰਿਲੇਟਡ ਹੀ ਸਟੇਟਸ ਪਾਇਆ ਸੀਗਾ ਤੇ ਤਾਂ ਉਹਨੇ ਮਤਲਬ ਹਾਂ ਚੁਗਲੀਆਂ, ਮੇਰਾ ਇੰਜ ਸੀਗਾ ਕਿ ਜਿਹੜੀਆਂ ਚੁਗਲੀਆਂ ਹੁੰਦੀਆਂ ਵੀ ਉਹ ਸਗੇ ਰਿਸ਼ਤੇਦਾਰਾਂ ਵਿੱਚ ਵੀ ਜਿਹੜਾ ਹੈਗਾ ਦਰਾਰ ਪਾ ਦਿੰਦੀਆਂ। ਹੋ ਸਕਦਾ ਵੀ ਉਹਨਾਂ ਨਨਾਣ ਭਰਜਾਈ ਵਿੱਚ ਕੋਈ ਚੁਗਲੀ ਕਿਸੇ ਨੇ ਕੁਛ ਕਰਤੀ ਹੋਵੇ, ਰਿਸ਼ਤੇਦਾਰੀ ਵਿੱਚ ਕਿਸੇ ਨੇ ਕੋਈ ਗੱਲ ਕਰਤੀ ਹੋਵੇ, ਤੇ ਇਹ ਵੀ ਹੋ ਸਕਦਾ ਕਿ ਉਹ ਜਿਹੜਾ ਪਰਿਵਾਰਕ ਮੈਂਬਰ ਹੈ ਜਿਹਨੇ ਕੱਲ ਮੇਰੇ ਸਟੇਟਸ ਤੇ ਮੈਨੂੰ ਕਮੈਂਟ ਪਾਇਆ ਵੀ ਉਹ ਜਾਂ ਤਾਂ ਚਾਹੁੰਦਾ ਹੋਵੇ ਕਿ ਹਾਂ ਵੀ ਮੈਂ ਗੱਲ ਉਸ ਤੱਕ ਪਹੁੰਚਾਵਾਂ ਵੀ ਆਪਸ ਵਿੱਚ ਦੋਵਾਂ ਦੀ। ਮੈਂ ਤਾਂ ਬਲਕਿ ਇਸ ਹੱਕ ਵਿੱਚ ਕਦੀ ਵੀ ਨਹੀਂ ਹੈਗੀ ਕਿ ਜਿਹੜੇ ਹੁਣ ਨਨਾਣ ਭਰਜਾਈ ਦਾ ਰਿਸ਼ਤਾ ਇੰਨਾ ਵਧੀਆ ਰਿਸ਼ਤਾ ਹੈ, ਠੀਕ ਹੈ, ਦੋਵਾਂ ਦੀ ਆਪਸ ਵਿੱਚ ਜੇ ਫਿੱਕ ਪੈ ਗਈ, ਦੇਖੋ ਹੁਣ ਨਨਾਣ ਨੂੰ ਵੀ ਮਾਂ ਤੋਂ ਬਾਅਦ ਕੌਣ ਹੈਗਾ? ਭਰਜਾਈ ਹੈ, ਭਰਜਾਈ ਨੂੰ ਮਾਂ ਤੋਂ ਆਪਣੇ ਪੇਕਿਆਂ ਤੋਂ ਬਾਅਦ ਕੌਣ ਹੈ? ਨਨਾਣ ਨੂੰਹ ਦੇ ਰਿਸ਼ਤੇ ਹੀ ਹੁੰਦੇ ਆ ਨਾ। ਤੇ ਮੈਂ ਤਾਂ ਇਹੀ ਚਾਹਾਂਗੀ ਵੀ ਇਹਨਾਂ ਦੇ ਰਿਸ਼ਤੇ ਜਿਹੜੇ ਹੈਗੇ ਸਦਾ ਮਤਲਬ ਵਧੀਆ ਆਪਸ ਸਦਾ ਬਣੇ ਰਹਿਣ, ਖੁਸ਼ ਰਹਿਣ। ਤੇ ਚਲੋ ਨਿੱਕੇ ਨਿੱਕੇ ਮਨ ਮੁਟਾਵ ਤਾਂ ਆਂਦੀ ਹੈ ਯਾਰ, ਉਹ ਤਾਂ ਸਾਰੀ ਉਮਰ ਆਣੇ ਹੀ ਜਾਣੇ ਆ। ਹੁਣ ਮੇਰੀ ਗੱਲ ਦੱਸੋ, ਕੀ ਅਸੀਂ ਸਗੀਆਂ ਭੈਣਾਂ ਲੜਦੀਆਂ ਨਹੀਂ? ਕੀ ਅਸੀਂ ਸਗੀਆਂ ਭੈਣਾਂ ਇੱਕ ਦੂਜੇ ਨੂੰ ਪੁੱਠਾ ਸਿੱਧਾ ਨਹੀਂ ਬੋਲਦੀਆਂ ਹੈਗੀਆਂ? ਜਿੱਥੇ ਪਿਆਰ ਹੋਊਗਾ ਮਮਤਾ ਉੱਥੇ ਤਾਂ ਲੜਾਈ ਬਣਦੀ ਹੀ ਬਣਦੀ ਹੈ। ਜੇ ਪਿਆਰ ਦੇ ਵਿੱਚ ਲੜਾਈ ਨਹੀਂ ਹੋਊਗੀ ਨਾ, ਫਿਰ ਉਹ ਰਿਸ਼ਤਾ ਨਹੀਂ ਰਹਿੰਦਾ, ਉਹ ਫਿਰ ਦਿਲ ਦੇ ਵਿੱਚ ਕਿਤੇ ਨਾ ਕਿਤੇ ਖਟਾਸ ਹੁੰਦੀ ਹੈ। ਹਾਂ ਇਹ ਜ਼ਰੂਰ ਹੁੰਦਾ ਹੈ ਕਿ ਚਲੋ ਜਦੋਂ ਤੁਹਾਡੀ ਆਪਸ ਚ ਕਹਿ ਲਓ ਗੱਲਬਾਤ ਹੋ ਜਾਂਦੀ ਹੈਗੀ ਹੈ, ਤੁਸੀਂ ਤੁਹਾਡੇ ਮਨ ਚ ਜੋ ਹੈਗਾ ਤੁਸੀਂ ਦੱਸੋ। ਔਰ ਜੇ ਅਸੀਂ ਕਹਿ ਲਓ ਵੀ ਆਪਾਂ ਭੈਣਾਂ ਜਾਂ ਆਪਾਂ ਨਨਾਣ ਭਰਜਾਈ ਜੋ ਵੀ ਨੇ ਆਪਸ ਵਿੱਚ, ਠੀਕ ਹੈ, ਜਿਹੜਾ ਵੀ ਰਿਸ਼ਤਾ ਮੀਆਂ ਬੀਬੀ ਦਾ ਵੀ ਰਿਸ਼ਤਾ ਲਾ ਲਓ, ਕੋਈ ਵੀ ਹੈਗਾ ਰਿਸ਼ਤਾ, ਕੋਈ ਭੈਣ ਭਰਾ ਦਾ ਰਿਸ਼ਤਾ ਹੈਗਾ, ਜੇ ਆਪਸ ਵਿੱਚ ਬਹਿ ਕੇ ਜਦੋਂ ਤੁਹਾਡੀ ਸੁਲਾਹ ਹੋਗੀ, ਤੁਸੀਂ ਉਸ ਗੱਲ ਨੂੰ ਕਰੋ, ਤੁਸੀਂ ਉਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਜੇ ਕੋਈ ਇਨਸਾਨ ਤੁਹਾਡੀ ਕਿਸੇ ਗੱਲ ਤੋਂ
ਤੋਂ ਪਰੇਸ਼ਾਨ ਹੋ ਰਿਹਾ, ਜੇ ਭੈਣ ਪਰੇਸ਼ਾਨ ਹੋ ਰਹੀ ਹੈ ਤਾਂ ਭਰਾ ਸੋਚੇ, ਜੇ ਭਰਾ ਮਤਲਬ ਤੁਸੀਂ ਉਸ ਚੀਜ਼ ਨੂੰ ਕਰਨ ਦੀ ਕੋਸ਼ਿਸ਼, ਤੁਸੀਂ ਉਹ ਚੀਜ਼ ਬਾਰ-ਬਾਰ ਕਿਉਂ ਦੁਹਰਾਉਂਦੇ ਹੋ ਵੀ ਜਿਸ ਚੀਜ਼ ਤੋਂ ਕੋਈ ਮਤਲਬ ਹਰਟ ਹੋ ਰਿਹਾ, ਕੋਈ ਪਰੇਸ਼ਾਨ ਹੋ ਰਿਹਾ ਹੈਗਾ, ਇਹ ਚੀਜ਼ਾਂ ਹੋ ਜਾਂਦੀਆਂ ਨਾ। ਇਹਦੇ ਵਿੱਚ ਫਿਰ ਪਤਾ ਕੀ ਲੱਗਦਾ ਹੈਗਾ, ਇਹਦੇ ਵਿੱਚ ਫਿਰ ਰਿਸ਼ਤੇ ਵਿੱਚ ਸਵਾਰਥ ਮਹਿਸੂਸ ਹੁੰਦਾ ਵੀ ਤੁਹਾਨੂੰ ਕਿਸੇ ਦੇ ਦੁਖੀ ਹੋਣ ਦਾ ਕੋਈ ਫਰਕ ਨਹੀਂ ਹੈਗਾ, ਵੀ ਤੁਸੀਂ ਸਿਰਫ ਉਸ ਰਿਸ਼ਤੇ ਨੂੰ ਆਪਣੇ ਸਵਾਰਥ ਕਰਕੇ ਅੱਜ ਕੱਲ ਤਾਂ ਮੈਨੂੰ ਲੱਗਦਾ ਵੀ ਜਿਹੜਾ ਵੀ ਰਿਸ਼ਤਾ ਹੈਗਾ ਉਹ ਸਵਾਰਥ ਤੇ ਡਿਪੈਂਡ ਹੋ ਰਿਹਾ, ਉਹਦੇ ਵਿੱਚ ਕੁਝ ਨਹੀਂ ਰਹਿ ਗਿਆ ਹੈਗਾ। ਮਤਲਬ ਵੀ ਕਹਿ ਲਓ ਵੀ ਨਾ ਤਾਂ ਕੋਈ ਭੈਣਾਂ ਦਾ ਵੀ, ਮੈਨੂੰ ਤਾਂ ਅੱਜ ਕੱਲ ਇਹੀ ਲੱਗਦਾ ਵੀ ਭੈਣ ਭਰਾ ਹੋ ਗਏ ਜਾਂ ਬੱਚੇ ਵੀ ਹੋ ਗਏ, ਬੱਚੇ ਵੀ ਅੱਜ ਕੱਲ ਮੈਨੂੰ ਲੱਗਦਾ ਮਾਂ ਪਿਓ ਨੂੰ ਸਵਾਰਥ ਪਿੱਛੇ ਪਿਆਰ ਕਰਦੇ ਲੱਗਦੇ, ਮਾਂ ਪਿਓ ਚੀਜ਼ੀਆਂ ਲਿਆ ਕੇ ਦੇਣਗੇ। ਤੇ ਮੈਨੂੰ ਤਾਂ ਹੁਣ ਮਤਲਬ ਮੇਰਾ ਤਾਂ ਜਿਹੜਾ ਲਾਈਫ ਦਾ ਐਕਸਪੀਰੀਅੰਸ ਜਿਹੜਾ ਇੰਨਾ ਕੁ ਮੈਂ ਗੇਨ ਕੀਤਾ ਵਾ, ਬਿਲਕੁਲ ਮਮਤਾ, ਇਹ ਜ਼ਿੰਦਗੀ ਦੇ ਵਿੱਚ ਇਹ ਕੁਝ ਬਹੁਤ ਚੱਲਦਾ, ਰਿਸ਼ਤਿਆਂ ਦੀ ਬੁਨਿਆਦ ਬਹੁਤ ਹੀ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ। ਹੁਣ ਤੁਹਾਨੂੰ ਪਤਾ ਪ੍ਰੀਤ, ਕਈ ਰਿਸ਼ਤੇ ਮੇਰੀ ਲਾਈਫ 'ਚ ਐਦਾਂ ਦੇ ਆ ਜਿਹੜੇ ਕਿ ਮੇਰੇ ਕੁਆਰੇ ਹੁੰਦਿਆਂ ਤੋਂ ਮੇਰੇ ਨਾਲ ਚੱਲਦੇ ਆ ਰਹੇ ਆ, ਔਰ ਮੈਨੂੰ ਮੇਰੇ ਬਹੁਤ ਚੰਗੀ ਗੱਲ ਹੈ ਕਿ ਹੁਣ ਤੱਕ ਤੁਹਾਡੇ ਨਾਲ ਜੁੜੇ ਹੋਏ। ਹਾਂ, ਮੇਰੇ ਸਕੂਲ ਟਾਈਮ ਤੋਂ ਲਾ ਲਓ, ਫਿਰ ਉਸ ਤੋਂ ਬਾਅਦ ਮੇਰੀ ਯੰਗ ਏਜ ਤੋਂ ਲਾ ਲਓ, ਮਤਲਬ ਮੈਂ ਨਾ ਪ੍ਰੀਤ, ਮੈਨੂੰ ਜ਼ਿਆਦਾ ਫਰੈਂਡ ਸਰਕਲ ਦੀਆਂ ਜ਼ਿਆਦਾ ਮਤਲਬ ਕਹਿ ਲਓ ਆਦਤ ਨਹੀਂ ਹੈਗੀ। ਮੈਂ ਆਪਣੀ ਲਾਈਫ ਵਿੱਚ 5 ਜਾਂ 10 ਜਾਣੇ, ਠੀਕ ਹੈ, ਜਿਹੜੇ ਮੇਰੇ ਬਚਪਨ ਤੋਂ ਚੱਲ ਰਹੇ ਆ ਜਾਂ ਜਿਹੜੇ ਮੇਰੀ ਜਵਾਨੀ ਤੋਂ ਚੱਲ ਰਹੇ ਹੈ, ਠੀਕ ਹੈ, ਮਤਲਬ ਮੈਨੂੰ ਇਹ ਨਹੀਂ ਹੁੰਦਾ ਕਿ ਹਾਂ ਕਿ ਨਹੀਂ ਯਾਰ ਆਹ ਸਹੇਲੀ ਬਣ ਗਈ, ਉਹ ਬਣ ਗਈ। ਪਤਾ ਕੀ ਹੈ, ਇੱਕ ਲਾਈਫ ਦਾ ਕੰਫਰਟ ਲੈਵਲ ਹੁੰਦਾ ਹੈ, ਉਹ ਕੰਫਰਟ ਲੈਵਲ ਜਿਹੜਾ ਹੈਗਾ ਉਹ ਹਰ ਇਨਸਾਨ ਨਾਲ ਨਹੀਂ ਬਣ ਸਕਦਾ ਹੈਗਾ, ਕਿਉਂਕਿ ਜਦੋਂ ਅਸੀਂ ਕਿਸੇ ਨਾਲ ਅਟੈਚ ਹੋ ਗਏ, ਅਸੀਂ ਕਿਸੇ ਨਾਲ ਜੁੜ ਗਏ, ਤਾਂ ਹੁਣ ਇਹ ਥੋੜੀ ਹੈਗਾ ਕਿ ਅਸੀਂ ਉਹਦੇ ਨਾਲ ਜੁੜ ਗਏ ਆ ਤਾਂ ਅਸੀਂ ਉਹਨੂੰ ਛੱਡ ਕੇ ਫੇਰ ਕਹਿ ਲਓ ਵੀ ਕਿਸੇ ਹੋਰ ਨਾਲ ਯਾਰ ਕੰਫਰਟ ਲਾਈਫ 'ਚ ਆਹੀ ਤਾਂ ਕੰਫਰਟ ਹੁੰਦਾ ਵੀ ਜਦੋਂ ਅਸੀਂ ਕਿਸੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰ ਲਈਏ। ਹੁਣ ਜਿਹੜੇ ਮੇਰੇ ਰਿਸ਼ਤੇ ਹੈਗੇ, ਮੈਂ ਉਹਨਾਂ ਵਿੱਚੋਂ ਪ੍ਰੀਤ ਕਿਸੇ ਨੂੰ ਕਿਸੇ ਵੇਲੇ ਵੀ ਆਵਾਜ਼ ਮਾਰਦਾ, ਮੈਨੂੰ ਪਤਾ ਹੈ ਵੀ ਉਹਨਾਂ ਨੇ ਉਸੇ ਵੇਲੇ ਆ ਜਾਣਾ। ਪਰ ਇਹ ਮਮਤਾ ਇੱਕ ਗੱਲ ਹੋਰ ਹੈ, ਹਾਂਜੀ, ਕਈ ਰਿਸ਼ਤੇ ਦੇ ਵਿੱਚ ਇਨਸਾਨ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਅੱਜ ਆਪਣੀ ਉਹਦੇ ਨਾਲ ਬਹੁਤ ਸੋਹਣੀ ਬਣ ਰਹੀ ਹੈ, ਅੱਜ ਆਪਾਂ ਮਤਲਬ ਇੱਕ ਆਤਮਾ ਕਹਿ ਦਿੰਦੇ ਆ, ਉਹ ਚੀਜ਼ ਹੈ, ਪਰ ਕਿਤੇ ਨਾ ਕਿਤੇ ਉਹ ਰਿਸ਼ਤੇ ਤੇ ਜਦੋਂ ਦਰਾੜ ਪੈਂਦੀ ਹੈ ਉਹ ਰਿਸ਼ਤਾ ਟੁੱਟ ਜਾਂਦਾ ਹੈ ਇੱਕੋ ਦਮ। ਤੇ ਜਿਹੜਾ ਦੂਜਾ ਪਰਸਨ ਜਿਹਦੇ ਦਿਲ ਦੇ ਵਿੱਚ ਖੋਰ ਸੀ, ਉਹ ਜਿਹੜੀਆਂ ਗੱਲਾਂ ਉਹ ਦੋਨਾਂ ਦੇ ਵਿੱਚ ਹੋਈਆਂ, ਸੋ ਦੋਸਤੀ ਦੇ ਵਿੱਚ ਜਦੋਂ ਪਿਆਰ ਹੁੰਦਾ, ਹਰ ਇਨਸਾਨ ਆਪਣੀ ਹਰ ਇੱਕ ਗੱਲ ਕਰਦਾ, ਹਰ ਇੱਕ ਗੱਲ ਸ਼ੇਅਰ ਕਰਦਾ, ਤੇ ਉਹ ਦੂਜਾ ਇਨਸਾਨ ਵਿੱਚ ਖੋਟ ਉਹਦੀ ਸਾਰੀਆਂ ਗੱਲਾਂ ਨੂੰ ਮਤਲਬ ਲੀਕ ਕਰ ਦਿੰਦਾ, ਵਾਇਰਲ ਕਰ ਦਿੰਦਾ, ਸਭ ਨੂੰ ਦੱਸ ਦਿੰਦਾ। ਉਸ ਬਾਰੇ ਤੁਸੀਂ ਕੀ ਕਹੋਗੇ ਜੀ, ਇਸ ਰਿਸ਼ਤੇ ਬਾਰੇ ਕੀ ਕਹੋਗੇ? ਦੇਖੋ, ਪਹਿਲੀ ਤਾਂ ਗੱਲ ਇਹੀ ਹੈ ਕਿ ਜਦੋਂ ਤੁਹਾਡਾ ਆਪਸ 'ਚ ਕੋਈ ਰਿਸ਼ਤਾ ਹੈ, ਰਿਸ਼ਤਾ ਟੁੱਟਣਾ ਬਹੁਤ ਬੁਰੀ ਗੱਲ ਹੈ, ਬਿਲਕੁਲ, ਭਾਵੇਂ ਉਹ ਮੀਆਂ ਬੀਬੀ ਦਾ ਹੋਵੇ, ਭਾਵੇਂ ਉਹ ਭੈਣ ਭਰਾ ਦਾ ਹੋਵੇ, ਭਾਵੇਂ ਨਨਾਣ ਭਰਜਾਈ ਦਾ, ਭਾਵੇਂ ਸਹੇਲੀਆਂ ਦਾ, ਕਿਉਂਕਿ ਯਾਰ ਰਿਸ਼ਤੇ ਟੁੱਟਣ ਵਾਸਤੇ ਨਹੀਂ ਬਣੇ ਹੁੰਦੇ। ਜੇ ਤੁਸੀਂ ਕਿਸੇ ਇਨਸਾਨ ਨਾਲ ਇੰਨਾ ਸਮਾਂ ਕੱਟ ਕੇ ਤੁਸੀਂ ਇੱਕਦਮ ਉਸ ਇਨਸਾਨ ਨੂੰ ਛੱਡ ਰਹੇ ਹੋ, ਹੁਣ ਆਪਾਂ ਕਿੰਨੀਆਂ ਦੇਖਦੇ, ਸੁਣੋ, ਆਪਾਂ ਕਿੰਨੀ ਫਿਲਮੀ ਹਸਤੀਆਂ ਦਾ ਸੁਣਦੇ ਹੈਗੇ, ਕਿਸੇ ਦਾ 16 ਸਾਲ ਬਾਅਦ, ਕਿਸੇ ਦਾ 20 ਸਾਲ ਬਾਅਦ ਡਿਵੋਰਸ ਹੋ ਰਿਹਾ। ਦੇਖੋ, ਜ਼ਿੰਦਗੀ ਦਾ ਕਿੰਨਾ ਇੰਪੋਰਟੈਂਟ ਸਮਾਂ ਜਿਹੜਾ ਹੈਗਾ ਆਪਸ 'ਚ ਗੁਜ਼ਾਰ ਕੇ ਉਹ ਲੋਕ ਆਪਸ 'ਚ ਅਲੱਗ ਹੋ ਰਹੇ ਆ। ਸੋਚੋ ਉਹਨਾਂ ਦੇ ਬੱਚਿਆਂ ਦੇ ਦਿਲਾਂ ਤੇ ਕੀ ਗੁਜ਼ਰਦੀ ਆ, ਉਹਨਾਂ ਦੋਵਾਂ ਦੇ ਦਿਲਾਂ ਵਿੱਚ ਵੀ। ਯਾਰ ਜੇ ਅਕਸਰ ਇੰਨੇ ਸਾਲ ਇਕੱਠੇ ਗੁਜ਼ਾਰੇ ਹੈਗੇ ਆ ਤਾਂ ਕਿਤੇ ਇਮੋਸ਼ਨਸ ਤਾਂ ਜੁੜੇ ਹੋਣਗੇ, ਕਿਤੇ ਅੱਛਾ ਵਕਤ ਤਾਂ ਗੁਜ਼ਰਿਆ ਹੋਊਗਾ, ਤਾਂ ਹੀ ਐਵੇਂ ਥੋੜੀ ਸਮਾਂ ਨਿਕਲ ਜਾਂਦਾ ਹੈਗਾ ਇੰਨਾ। ਮਤਲਬ ਫਿਰ ਉਹ ਚੀਜ਼ਾਂ ਦੁਖਦੀਆਂ ਨਾ। ਹਾਂ, ਇਹ ਹੈ ਵੀ ਕਈ ਤਾਂ ਕਹਿ ਲਓ ਵੀ ਇੱਕ ਦੂਜੇ ਉੱਪਰ ਛਿਟਾਕਸ਼ੀ ਕਰਨ ਲੱਗ ਜਾਂਦੇ ਹੈਗੇ ਆ, ਉਹ ਵੀ। ਪਰ ਕਈ ਵਾਰ ਨਾ ਇਨਸਾਨ, ਮੈਂ ਦੱਸਾਂ ਪ੍ਰੀਤ, ਮਜਬੂਰ ਹੋ ਜਾਂਦਾ ਵੀ ਜਦੋਂ ਉਹਦੀ ਚੱਲਦੀ ਨਹੀਂ ਨਾ ਹੈਗੀ ਵੀ ਹਾਂ ਵੀ ਉਹਨੂੰ ਬਹੁਤ ਤਗੜੇ ਧੋਖੇ ਮਿਲੇ ਆ, ਵੀ ਬਹੁਤ ਕਹਿ ਲਓ ਵੀ ਇਨਸਾਨ ਪਰੇਸ਼ਾਨ ਹੈ। ਫਿਰ ਉਹਨੂੰ ਲੱਗਦਾ, ਜਦੋਂ ਉਹ ਡਿਪਰੈਸ਼ਨ 'ਚ ਆ ਗਿਆ, ਉਹ ਟੈਨਸ਼ਨ 'ਚ ਆ ਗਿਆ, ਫਿਰ ਉਹਨੂੰ ਲੱਗਦਾ ਕਿ ਨਹੀਂ ਯਾਰ, ਆਪਣੇ ਦਿਲ ਦੀ ਗੱਲ ਕਿਸੇ ਨਾਲ ਕੀਤੀ ਜਾਵੇ ਕਿ ਹਾਂ ਵੀ ਅਸੀਂ ਤਾਂ ਇਹਨੂੰ ਇੰਨਾ ਪਿਆਰ ਕੀਤਾ, ਅਸੀਂ ਇਹਦੇ ਨਾਲ ਇੰਨਾ ਕੀਤਾ, ਇਹਨੇ ਸਾਡੇ ਨਾਲ ਕੀ ਕੀਤਾ, ਵੀ ਇਹਨੂੰ ਸਾਡੀਆਂ ਭਾਵਨਾਵਾਂ ਦੀ ਸਮਝ ਕਿਉਂ ਨਹੀਂ ਆਈ। ਬਿਲਕੁਲ, ਵੀ ਉਹ ਕਈ ਵਾਰ ਇਨਸਾਨ ਬਾਈਕਾਟ ਕਰਨ ਲੱਗ ਜਾਂਦਾ ਹੈਗਾ, ਜਾਂ ਉਹ ਜਿਹਨੂੰ ਕਹਿੰਦੇ ਨਾ ਆਪਾਂ ਜੰਪ ਕਰਨ ਲੱਗ ਜਾਣਾ, ਵੀ ਜੰਪ ਕਰਕੇ ਹੋਰ ਮਤਲਬ ਸਾਨੂੰ ਹੀ ਕੱਟ ਕੇ ਕਿਤੇ ਹੋਰ ਹੀ ਪਹੁੰਚ ਜਾਣਾ। ਉਹ ਚੀਜ਼ਾਂ ਜਦੋਂ ਪਤਾ ਚੱਲਦੀਆਂ ਨਾ, ਉਹ ਫਿਰ ਬਹੁਤ ਪਰੇਸ਼ਾਨ ਕਰਦੀਆਂ ਨੇ। ਇੰਜ ਦੀਆਂ ਚੀਜ਼ਾਂ ਰਿਸ਼ਤੇ ਵਿੱਚ ਨਹੀਂ। ਆਪਾਂ ਤਾਂ ਇਹ ਕਹਿੰਦੇ ਕਿ ਜਦੋਂ ਕਿਸੇ ਨਾਲ ਰਿਸ਼ਤਾ ਬਣਿਆ ਤਾਂ ਉਹ ਇੱਕ ਸਮੂਥ ਚੱਲਣਾ ਚਾਹੀਦਾ, ਉਹਦੇ ਵਿੱਚ ਕੋਈ ਲਕੋ ਨਹੀਂ ਹੋਣਾ ਚਾਹੀਦਾ, ਇੱਕ ਦੂਜੇ ਦੀ ਭਾਵਨਾ ਦਾ ਪਤਾ ਹੋਣਾ ਚਾਹੀਦਾ ਵੀ ਹਾਂ ਵੀ ਇਹ ਬੰਦਾ ਸਾਡੀ ਇਸ ਗੱਲ ਤੋਂ ਪਰੇਸ਼ਾਨ ਹੁੰਦਾ ਪਿਆ ਹੈਗਾ। ਜੇ ਤੁਹਾਨੂੰ ਕੋਈ ਬੋਲ ਵੀ ਦੱਸਦਾ ਪਿਆ ਵੀ ਨਹੀਂ ਜੀ ਸਾਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ, ਸਾਨੂੰ ਦੁੱਖ ਦੇ ਰਹੀ ਹੈ, ਤਾਂ ਤੁਸੀਂ ਜੇ ਉਸ ਇਨਸਾਨ ਦੇ ਸਗੇ ਹੋ, ਜੇ ਤੁਸੀਂ ਇਸ ਇਨਸਾਨ ਨਾਲ ਮਤਲਬ ਦਿਲ ਤੋਂ ਕਦੀ ਅਟੈਚ ਹੋਏ, ਤਾਂ ਤੁਹਾਨੂੰ ਸੋਚਣਾ ਚਾਹੀਦਾ ਹੈ ਵੀ ਨਹੀਂ ਯਾਰ, ਇਹ ਚੀਜ਼ ਜਿਹੜੀ ਹੈਗੀ ਹੈ ਵੀ ਜੇ ਇਹ ਮੇਰੇ ਨਾਲ ਪਿਆਰ ਕੀਤੇ ਇਨਸਾਨ ਨੂੰ
ਪਰੇਸ਼ਾਨ ਕਰ ਰਹੀ ਹੈ, ਤਾਂ ਉਹਨੂੰ ਉਹ ਚੀਜ਼ ਨਹੀਂ ਕਰਨੀ ਚਾਹੀਦੀ ਹੈ। ਮਤਲਬ ਇੱਕ ਇੰਜ ਦਾ ਉਹ ਆ ਜਾਂਦਾ ਨਾ, ਮਤਲਬ ਵਕਤ ਆ ਜਾਂਦਾ ਕਿ ਜਦੋਂ ਬਾਰ-ਬਾਰ ਤੁਸੀਂ ਉਹਨੂੰ ਪ੍ਰਹਾਰ ਕਰੀ ਜਾ ਰਹੇ ਹੋ, ਬਾਰ-ਬਾਰ ਪ੍ਰਹਾਰ ਕਰੀ ਜਾ ਰਹੇ ਹੋ, ਤਾਂ ਉਹ ਬੰਦਾ ਵਿਚਾਰਾ ਕੀ ਕਰੇ। ਉਹ ਕਿਸੇ ਟਾਈਮ ਤਾਂ ਫਿਰ ਕਹਿ ਲੋ ਵੀ ਟੁੱਟੂਗਾ ਨਾ, ਵੀ ਨਹੀਂ ਯਾਰ ਵੀ ਮੈਂ ਤਾਂ ਸਾਰੀ ਉਮਰ ਵਧੀਆ ਕਰਨ ਦੀ ਕੋਸ਼ਿਸ਼ ਵਿੱਚ ਗੁਜ਼ਾਰ ਦਿੱਤੀ, ਪਰ ਮੈਨੂੰ ਅੱਗੇ ਕੀ ਮਿਲਿਆ, ਮੈਨੂੰ ਤਾਂ ਅੱਗੇ ਉਹੀ ਰੋਣਾ ਧੋਣਾ ਧੋਖਾ ਮਿਲਿਆ ਨਾ। ਇਹ ਇੰਜ ਦੇ ਰਿਸ਼ਤੇ ਫਿਰ ਚੱਲਦੇ ਨਹੀਂ ਹੁੰਦੇ। ਬਿਲਕੁਲ। ਤੇ ਆਪਾਂ ਬਹੁਤ ਰਿਸ਼ਤਿਆਂ ਦੀ ਗੱਲ ਕੀਤੀ, ਤੇ ਇੱਕ ਰਿਸ਼ਤਾ ਇਹ ਵੀ ਹੈ ਕਿ ਇੱਕ ਅਮੀਰ ਰਿਸ਼ਤੇਦਾਰ, ਇੱਕ ਗਰੀਬ ਰਿਸ਼ਤੇਦਾਰ। ਰਿਸ਼ਤੇਦਾਰੀ ਦੇ ਵਿੱਚ ਕਈ ਅਮੀਰ ਰਿਸ਼ਤੇਦਾਰ ਆਪਣੇ ਥੋੜੇ ਨੀਵੇਂ, ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਗਰੀਬ ਅਮੀਰ ਦੀ, ਤੇ ਅਮੀਰ ਜਿਹੜੇ ਹੁੰਦੇ ਨੇ ਰਿਸ਼ਤੇਦਾਰ, ਉਹ ਆਪਣੇ ਥੋੜੇ ਜਿਹੜੇ ਨੀਵੇਂ ਮਿਡਲ ਫੈਮਿਲੀ ਦੇ ਹੁੰਦੇ ਨੇ, ਉਹਨਾਂ ਦੇ ਘਰ ਜਾਣ ਤੋਂ ਵੀ ਮਤਲਬ ਗੁਰੇਜ਼ ਕਰਦੇ ਨੇ ਕਿ ਕਿਤੇ ਅਸੀਂ ਉਹਨਾਂ ਦੇ ਘਰ ਚਲੇ ਗਏ, ਕਿਤੇ ਉਹ ਸਾਡੇ ਤੋਂ ਪੈਸੇ ਨਾ ਮੰਗ ਲੈਣ, ਕਿਤੇ ਸਾਨੂੰ ਕੋਈ ਬਗਾਰ ਨਾ ਪਾ ਦੇਣ। ਤੇ ਇਸ ਤਰ੍ਹਾਂ ਦੇ ਵੀ ਮਮਤਾ ਬੜੇ ਰਿਸ਼ਤੇ ਸਾਹਮਣੇ ਆਉਂਦੇ ਨੇ। ਹਾਂਜੀ, ਬਹੁਤ ਕੁਝ ਦੇਖਿਆ ਇੰਜ ਦਾ। ਮੈਂ ਤਾਂ ਤੁਹਾਨੂੰ ਮੈਂ ਨਾ ਮਤਲਬ ਹੁਣ ਕਹਿ ਲਓ ਵੀ ਕਿਉਂਕਿ ਇਹ ਪ੍ਰੋਗਰਾਮ ਰਿਸ਼ਤੇਦਾਰ ਵੀ ਦੇਖਦੇ ਹੈਗੇ ਆ, ਤੇ ਹੁਣ ਮੈਂ ਡਿਟੇਲ ਵਿੱਚ ਤਾਂ ਇਹਦੇ ਵਿੱਚ ਕੁਝ ਨਹੀਂ ਡਿਸਕਸ ਕਰਾਂਗੀ, ਤੇ ਬਟ ਇਹ ਚੀਜ਼ ਹੈਗੀ ਆ ਵੀ ਕਿਸੇ ਦੀ ਕਹਿ ਲਓ ਵੀ ਪੋਜੀਸ਼ਨ ਦੇਖ ਕੇ ਨਾ ਉਹਦੇ ਨਾਲ ਰਿਸ਼ਤਾ ਨਿਭਾਇਆ ਜਾਂਦਾ ਹੈਗਾ। ਹੁਣ ਸਪੋਜ਼ ਕਰੋ ਅੱਜ ਮੇਰੇ ਕੋਲ ਪੈਸਾ ਮੁੱਕ ਗਿਆ ਜੀ, ਸਮਝੋ ਅੱਜ ਟਾਈਮ ਮੈਂ ਗਰੀਬ ਹੋ ਗਈ, ਤਾਂ ਮੇਰੇ ਜਿਹੜੇ ਰਿਸ਼ਤੇਦਾਰ ਮੈਨੂੰ ਪੁੱਛਦੇ ਫਿਰਦੇ ਆ, ਉਹ ਮੈਨੂੰ ਪੁੱਛਣਾ ਬੰਦ ਕਰ ਦੇਣਗੇ, ਘਰੇ ਆਣਾ ਬੰਦ ਕਰ ਦੇਣਗੇ। ਉਹ ਸੋਚਣਗੇ ਵੀ ਇਹ ਕਿਤੇ ਫੋਨ ਕਰਨ ਤੱਕ ਵੀ ਉਹ ਬੰਦ ਕਰ ਦੇਣਗੇ, ਕਿਤੇ ਬਗਾਰ ਨਾ ਪਾ ਦੇਵੇ, ਕਿ ਸਾਡੇ ਤੋਂ ਕੋਈ ਪੈਸਾ ਨਾ ਮੰਗ ਲਵੇ। ਇਹ ਚੀਜ਼ਾਂ ਹੋ ਜਾਂਦੀਆਂ ਨਾ, ਮਤਲਬ ਐ ਨਹੀਂ ਹੋਣਾ ਚਾਹੀਦਾ। ਮੈਂ ਤਾਂ ਤੁਹਾਨੂੰ ਪਹਿਲਾਂ ਵੀ ਡਿਸਕਸ ਕੀਤਾ ਹੈਗਾ ਕਿ ਯਾਰ ਚੰਗਾ ਮਾੜਾ ਟਾਈਮ ਕਿਸੇ ਤੇ ਵੀ ਆ ਸਕਦਾ। ਤੇ ਮਮਤਾ, ਜਿਵੇਂ ਤੁਸੀਂ ਹੁਣ ਗਰੀਬ ਵਾਲੀ ਗੱਲ ਕੀਤੀ, ਜੇ ਤੁਸੀਂ ਅਮੀਰ ਹੋ ਗਏ ਫਿਰ ਉਹੀ ਰਿਸ਼ਤੇਦਾਰ ਕੀ ਕਰਨਗੇ? ਫਿਰ ਉਹ ਦੁਬਾਰਾ ਤੋਂ ਮੇਰੇ ਪਿੱਛੇ ਤੁਰਨਗੇ। ਬਿਲਕੁਲ, ਤੁਹਾਡੀ ਸਪੋਰਟ 'ਚ ਆ ਕੇ ਖੜੇ ਹੋਣਗੇ। ਕੀ ਫਿਰ ਤੁਸੀਂ ਉਸ ਵਕਤ ਉਹਨਾਂ ਨੂੰ ਆਪਣੇ ਨਾਲ ਖੜਾ ਕਰੋਗੇ? ਦੇਖੋ ਮੈਂ ਦੱਸਾਂ, ਮੇਰਾ ਜਿਹੜਾ ਸੁਭਾਅ ਹੈਗਾ, ਮੈਂ ਜਿਹਨੂੰ ਕਹਿੰਦੇ ਨਾ ਪੰਜਾਬੀ 'ਚ ਇਮੋਸ਼ਨਲ ਹੋ ਜਾਂਦੀ ਹੈ। ਬਿਲਕੁਲ ਮੈਂ ਇਮੋਸ਼ਨਲ ਫੂਲ ਹਾਂ। ਮੈਨੂੰ ਕਿਸੇ ਨੇ ਜਿੰਨਾ ਮਰਜ਼ੀ ਡਿਚ ਦਿੱਤਾ ਹੋਵੇ, ਹਾਂ ਜੇ ਉਹ ਦੁਬਾਰਾ ਮੇਰੇ ਨਾਲ ਆ ਕੇ ਮਤਲਬ ਕਹਿ ਲਓ ਕਿ ਮੇਰਾ ਸਾਥੀ ਬਣ ਗਿਆ, ਵੀ ਮੇਰੇ ਵਰਗੀ ਕਹਿੰਦੀ ਨਹੀਂ ਯਾਰ ਠੀਕ ਹੈ, ਜਿੱਦਾਂ ਲਾਈਫ ਚੱਲਦੀ ਨਾ ਉਦਾਂ ਚਲਾਓ, ਵੀ ਕੋਈ ਗੱਲ ਨਹੀਂ। ਵੀ ਸਭ ਦੀ ਉਹੀ ਗੱਲ ਨਾ, ਸੋਚਣੀ ਕਿੱਥੇ ਤੱਕ ਜਾ ਸਕਦੀ ਹੈਗੀ ਹੈ। ਉਹ ਜਿਹੜੀ ਸੋਚਣੀ ਹੈ ਨਾ, ਸੋਚਣੀ ਕਰਕੇ ਹੀ ਇਨਸਾਨ ਚੰਗਾ ਬਣਦਾ ਹੈ। ਸੋਚਣੀ ਕਰਕੇ ਮਤਲਬ ਇਨਸਾਨ ਨਹੀਂ ਮਾੜਾ ਹੁੰਦਾ, ਇਨਸਾਨ ਦੇ ਕਰਮ ਮਾੜੇ ਹੋ ਜਾਂਦੇ ਹੈਗੇ ਆ। ਹੁਣ ਮੇਰੇ ਕੱਲ ਨੂੰ ਜੇ ਰਿਸ਼ਤਾ, ਚਲੋ ਭਾਵੇਂ ਕਹਿ ਲਓ ਕਿ ਮੇਰੇ ਕੋਲ ਪੈਸਾ ਆਣ ਕਰਕੇ ਮੇਰੇ ਪਿੱਛੇ ਆ ਜਾਣ, ਚਲ ਕੋਈ ਗੱਲ ਨਹੀਂ, ਹੈ ਤਾਂ ਮੇਰੇ ਭਾਈ ਵਾਲੀ ਆ, ਮੇਰੀ ਟੱਬਰਦਾਰੀ ਹੋਈ ਆ, ਕੋਈ ਗੱਲ ਨਹੀਂ, ਗਲਤੀਆਂ ਹੋ ਜਾਂਦੀਆਂ ਹੈਗੀਆਂ। ਫਿਰ ਮਤਲਬ ਇਹ ਹੈ ਕਿ ਹਰ ਇਨਸਾਨ ਪਰ ਏਦਾਂ ਵੀ ਨਹੀਂ ਸੋਚਦਾ ਹੈਗਾ। ਕਈ ਇਹ ਵੀ ਸੋਚਦੇ ਕਿ ਨਹੀਂ ਯਾਰ ਇਹਨੇ ਮੇਰੇ ਨਾਲ ਬੁਰਾ ਕੀਤਾ ਹੈਗਾ, ਵੀ ਹੁਣ ਇਹਨੂੰ ਮੈਂ ਆਪਣੇ ਨੇੜੇ ਲਾਣਾ ਨਹੀਂ ਹੈਗਾ। ਬਿਲਕੁਲ, ਉਹ ਗੱਲਾਂ ਯਾਦ ਰਹਿੰਦੀਆਂ ਨੇ ਮਮਤਾ, ਕਿਸ ਇਨਸਾਨ ਨੇ ਮੇਰੇ ਯਾਦ ਰਹਿੰਦੀਆਂ, ਪਰ ਜਦੋਂ ਉਹਨਾਂ ਗੱਲਾਂ ਨੂੰ ਭੁੱਲ ਕੇ ਆਪਾਂ ਕੋਈ ਚੰਗੀਆਂ ਗੱਲਾਂ ਯਾਦ ਕਰੀਏ ਨਾ, ਫਿਰ ਉਹ ਕਈ ਵਾਰ ਚੰਗੀਆਂ ਗੱਲਾਂ ਉਹਨਾਂ ਮਾੜੀਆਂ ਗੱਲਾਂ ਤੇ ਨਾ ਹਾਵੀ ਹੋ ਜਾਂਦੀਆਂ। ਫਿਰ ਬੰਦਾ ਕਹਿੰਦਾ ਕਿ ਨਹੀਂ ਯਾਰ ਅਸੀਂ ਤਾਂ ਬਹੁਤ ਵਧੀਆ ਚੰਗਾ ਟਾਈਮ ਵੀ ਗੁਜ਼ਾਰਿਆ ਹੈਗਾ, ਤਾਂ ਸਾਨੂੰ ਜਿਹੜਾ ਹੈਗਾ ਵੀ ਠੀਕ ਹੈ ਫ੍ਰਿਕਸ਼ਨਸ ਪੈਂਦੀਆਂ ਹੈਗੀਆਂ, ਬੜਾ ਕੁਝ ਹੁੰਦਾ ਹੈਗਾ। ਹੁਣ ਮੈਂ ਤੁਹਾਨੂੰ ਦੱਸਾਂ, ਮੈਂ ਕਈ ਵਾਰ ਆਪਣੇ ਘਰ ਜਾਂਦੀ ਆ ਤੇ ਉੱਥੇ ਮੇਰੀ ਸਿਸਟਰ ਨਾਲ ਲੜਾਈ ਹੁੰਦੀ, ਬੈਠੇ ਨਾ ਸਾਡੀ ਕਿਸੇ ਗੱਲ ਦੇ ਨਾਲ ਲੜਾਈ ਹੋ ਜੂ ਜੀ। ਕਈ ਵਾਰ ਤਾਂ ਮੈਂ ਚੁੱਪ ਕਰ ਜੂ ਵੀ ਹੁਣ ਵੱਡੀ ਭੈਣ ਆ ਯਾਰ ਕੀ ਕਵਾਂ। ਕਈ ਵਾਰ ਨਾ ਮੈਨੂੰ ਇੰਨਾ ਕਿ ਗੁੱਸਾ ਚੜਿਆ ਹੁੰਦਾ, ਮੈਂ ਕਲਪੀ ਹੁੰਦੀ ਹੈ, ਮੈਂ ਨਾ ਉੱਥੋਂ ਉੱਠ ਕੇ ਭੱਜਣ ਨੂੰ ਕਰਦੀ, ਮੈਂ ਜਾ ਰਹੀ ਵੀ ਤੁਸੀਂ ਜੋ ਕਰਨਾ ਕਰ ਲਓ, ਵੀ ਮੈਂ ਤਾਂ ਪਾਗਲ ਸੀ, ਮੈਂ ਇੱਥੇ ਆ ਗਈ। ਬਿਲਕੁਲ ਯਾਰ ਹੋ ਜਾਂਦਾ ਫਿਰ ਦੀਦੀ ਨੂੰ ਵੀ ਲੱਗਦਾ ਵੀ ਨਹੀਂ ਯਾਰ ਮੈਂ ਤਾਂ ਵਿਚਾਰੀ ਨੂੰ ਉਹੀ ਕਰ ਦਿੱਤਾ। ਫਿਰ ਉਹ 2 ਮਿੰਟ ਨਾ ਮੈਨੂੰ ਝਿੜਕ ਕੇ ਬੋਲ ਕੇ ਫਿਰ ਮੈਨੂੰ ਨੋਰਮਲ ਹੋ ਜੂਗੀ, ਫਿਰ ਮੈਂ ਵੀ ਠੀਕ ਹੈ ਭੈਣ ਹੈਗੀ ਕੋਈ ਗੱਲ ਨਹੀਂ, ਬੋਲ ਤਾਂ ਉਹਨੇ ਝਿੜਕਤਾ, ਫਿਰ ਆਪਾਂ ਉਦਾਂ ਦੇ ਉਦਾਂ ਨੋਰਮਲ ਹੋ ਜਾਂਦੇ। ਮੈਨੂੰ ਕਈ ਵਾਰ ਹਾਸਾ ਆਉਂਦਾ ਹੀ ਆਪਣੀ ਹਰਕਤਾਂ ਤੇ। ਬੜੀ ਵਾਰ ਮੈਂ ਘਰੋਂ ਆਪਣੇ ਗੱਡੀ ਲੈ ਕੇ ਭੱਜੀਆਂ ਪੇਕੇ। ਅੱਛਾ, ਪਿੱਛੇ ਫਿਰ ਮੇਰੀ ਕਈ ਵਾਰ ਭਰਜਾਈ ਬੁਲਾਣ ਆਉਂਦੀ ਵੀ ਦੀਦੀ ਕੀ ਹੋਇਆ, ਫਿਰ ਮੈਂ ਗੁੱਸੇ 'ਚ ਕਹਿਣਾ ਮੈਂ ਇੱਥੇ ਆਉਣਾ ਹੀ ਨਹੀਂ ਹੈਗਾ, ਬਟ ਮੈਨੂੰ ਪਤਾ ਹੈ ਕਿ ਮਤਲਬ ਸਰਦਾ ਵੀ ਨਹੀਂ ਹੈਗਾ ਯਾਰ, ਘਰਾਂ ਬਿਨਾਂ ਜਾਂ ਰਿਸ਼ਤਿਆਂ ਬਿਨਾਂ ਸਰਦਾ ਨਹੀਂ ਨਾ ਹੈਗਾ। ਤੇ ਫਿਰ ਬੰਦਾ ਕਹਿੰਦਾ ਕਿ ਨਹੀਂ ਯਾਰ ਇਹ ਆਪਣੇ ਹੈ, ਕਿੰਨਾ ਕੁ ਰੁੱਸ ਲਾਂਗੇ। ਬਿਲਕੁਲ, ਫਿਰ ਆਪਾਂ ਫਿਰ ਇੱਕ ਹੋ ਜਾਂਦੇ, ਇਸੇ ਨੂੰ ਰਿਸ਼ਤਾ ਕਹਿੰਦੇ ਆ ਕਿ ਪ੍ਰੀਤ ਜੇ ਆਪਾਂ ਲੜ ਕੇ ਵੀ ਘੁੱਲ ਕੇ ਵੀ, ਹੁਣ ਉਹੀ ਤੁਸੀਂ ਲਾ ਲਓ ਮੀਆਂ ਬੀਬੀ ਦਾ ਰਿਸ਼ਤਾ ਲਾ ਲਓ, ਮੀਆਂ ਬੀਬੀ ਕਿੰਨਾ ਲੜਦੇ ਆ, ਕਿੰਨਾ ਮਤਲਬ ਮੈਨੂੰ ਲੱਗਦਾ ਜੇ ਤੁਸੀਂ ਦੇਖਿਓ ਹੁਣ ਪਰਿਵਾਰਕ ਟੱਬਰ ਦੇਖੇ ਹੋਣ, ਮੀਆਂ ਬੀਬੀ ਦੇ ਰਿਸ਼ਤੇ ਦੇਖੇ ਹੋਣ, ਤਾਂ ਦਿਨ ਵਿੱਚ ਘੱਟੋ ਘੱਟ ਬੱਚਿਆਂ ਵਾਂਗੂ 20 ਵਾਰ ਜੇ ਉਹ ਇਕੱਠੇ ਨਾ ਇੱਕ ਦਿਨ 'ਚ, ਤਾਂ ਘੱਟੋ ਘੱਟ 20 ਵਾਰ ਲੜਦੇ ਆ। ਔਰ 20 ਵਾਰ ਬਾਅਦ ਨਾ
ਉਹ ਬੈਠੇ ਗੱਲ ਕਰ ਰਹੇ ਹੁੰਦੇ। ਇਹ ਮੈਂ ਤੁਹਾਨੂੰ ਆਪਣੇ ਘਰ ਦੀ ਵੀ ਦੱਸ ਰਹੀ ਕਿ ਅਸੀਂ ਜਦੋਂ ਬੈਠੇ ਹੁੰਦੇ ਨਾ, ਅਸੀਂ ਕਿੰਨੀ ਵਾਰ ਲੜਦੇ, ਔਰ ਉਹ ਲੜਨ ਤੋਂ ਬਾਅਦ ਨਾ ਅਸੀਂ 10 ਮਿੰਟ ਬਾਅਦ ਨਾ ਦੋਵੇਂ ਨਾ ਗੱਲ ਕਰ ਰਹੇ ਹੁੰਦੇ ਆ। ਬੱਚੇ ਕਿਉਂ ਆਪਸ ਚ ਬੋਲ ਪੈਂਦੇ ਹੋ? ਨਹੀਂ ਬੱਚੇ ਕਹਿਣਗੇ ਇਹ ਕੀ ਹੋ ਰਿਹਾ ਹੈ, ਇਹ ਕੀ ਚੀਜ਼ ਹੈ, ਇਹ ਕੀ ਡਰਾਮਾ ਹੈ। ਮਤਲਬ ਬੱਚੇ ਵੀ ਫਸ ਜਾਂਦੇ ਹੋਣੇ ਤੁਹਾਡੇ ਦੇ ਵਿੱਚ, ਮਤਲਬ ਜੇ ਇੱਕ ਦੂਜੇ ਨੂੰ ਸਪੋਰਟ ਕਰਨ। ਨਹੀਂ ਉਹ ਅਸਲ 'ਚ ਪਹਿਲਾਂ ਤੋਂ ਦੇਖਦੇ ਵੀ ਇਹ ਲੜੀ ਜਾਂਦੇ, ਵੀ ਇਹਨਾਂ ਨੇ ਦੁਖੀ ਕਰਤਾ। ਉਹ ਲੜਨ ਤੋਂ ਬਾਅਦ 10 ਮਿੰਟ ਬਾਅਦ ਅਸੀਂ ਬੈਠੇ ਕੋਈ ਸਲਾਹ ਕਰ ਰਹੇ ਹੁੰਦੇ ਆ, ਉਹ ਸ਼ੌਕਡ ਹੋ ਜਾਂਦੇ ਵੀ ਯਾਰ ਇਹ ਕੀ ਹੈ, ਇਹ ਕੀ ਚੀਜ਼ ਹੈ, ਵੀ ਸਾਨੂੰ ਸਮਝ ਨਹੀਂ ਆਉਂਦੀ ਹੈਗੀ ਵੀ ਇਹ ਹੁਣੇ ਤਾਂ ਲੜ ਰਹੇ ਸੀਗੇ, ਹੁਣੇ ਇਹ ਗੱਲ ਕਰਨ ਲੱਗ ਪਏ। ਫਿਰ ਅਸੀਂ ਉਹਨਾਂ ਨੂੰ ਸਮਝਾਉਂਦੇ ਕਿ ਬੇਟੇ ਸਾਡਾ ਆਪਸ 'ਚ ਪਿਆਰ ਬਹੁਤ ਜ਼ਿਆਦਾ ਵਾ, ਅਸੀਂ ਲੜਦੇ ਆ, ਸਾਨੂੰ ਗੁੱਸਾ ਚੜਦਾ ਹੈ, ਠੀਕ ਹੈ। ਉਹ ਸਾਡੀ ਲੜਾਈ ਤਾਂ ਹੁੰਦੀ ਵੀ ਸਾਡੇ ਵਿਚਾਰ ਨਹੀਂ ਮਿਲਦੇ ਹੈਗੇ, ਉਹ ਵਿਚਾਰਾਂ ਪਿੱਛੇ ਲੜਾਈ ਹੁੰਦੀ ਹੈ। ਵਰਨਾ ਮਤਲਬ ਸਾਡੀ ਆਪਸ 'ਚ ਕੋਈ ਉਹ ਥੋੜੀ ਹੈਗੀ, ਆਪਸ ਵਿੱਚ ਤਾਂ ਅਸੀਂ ਇੱਕ ਦੂਜੇ ਨੂੰ, ਹੁਣ ਜੇ ਮੈਨੂੰ ਕੋਈ ਦੁੱਖ ਹੈ ਤਾਂ ਅਗਲਾ ਭੱਜੂਗਾ, ਅਗਲੇ ਨੂੰ ਕੋਈ ਦੁੱਖ ਹੈ ਮੈਂ ਭੱਜਾਂਗੀ, ਵੀ ਆਪਸ ਵਿੱਚ ਤਾਂ ਸਾਡੀ ਸਹਿਮਤੀ ਹੈਗੀ ਹੈ ਨਾ। ਸਿਰਫ ਵਿਚਾਰਾਂ ਦੀ ਗੜਬੜ ਕਰਕੇ ਲੜਾਈ ਹੁੰਦੀ ਹੈ, ਵਰਨਾ ਬੰਦਿਆਂ 'ਚ ਆਪਸ 'ਚ ਕੋਈ ਉਹ ਥੋੜੀ ਹੁੰਦੇ ਹੈਗੇ ਤਕਰਾਰ। ਬਿਲਕੁਲ ਮਮਤਾ, ਬਿਲਕੁਲ। ਤੇ ਬਸ ਮੈਂ ਤਾਂ ਹੁਣ ਆਹੀ ਅੱਜ ਤੁਹਾਨੂੰ ਰਿਸ਼ਤਿਆਂ ਬਾਰੇ ਮਤਲਬ ਦੱਸਣ ਦੀ ਦਰਸ਼ਕਾਂ ਕੋਸ਼ਿਸ਼ ਨੂੰ ਅੱਜ ਕੀਤੀ ਆਪਾਂ ਹੈ। ਬਹੁਤ ਰਿਸ਼ਤਿਆਂ ਬਾਰੇ ਦੱਸਿਆ, ਬਹੁਤ ਰਿਸ਼ਤਿਆਂ ਦੀਆਂ ਗੱਲਾਂ ਕੀਤੀਆਂ ਨੇ, ਜਿੰਨੀ ਕੁ ਸਾਡੀ ਸਮਝ ਸੀਗੀ, ਜਿੰਨਾ ਕੁ ਅਸੀਂ ਐਕਸਪਲੇਨ ਕਰ ਸਕਦੇ ਸੀਗੇ। ਕਿਉਂਕਿ ਅੱਜ ਪ੍ਰੀਤ ਨਾਲ ਇੰਨੇ ਦਿਨਾਂ ਬਾਅਦ ਮਿਲ ਕੇ ਤਾਂ ਮੈਨੂੰ ਮਤਲਬ ਕਹਿ ਲਓ ਕਿ ਰਿਸ਼ਤੇ ਹੀ ਟੌਪਿਕ ਸਮਝ ਆਇਆ ਕਿ ਅੱਜ ਕਹਿ ਲਓ ਆਪਣੇ ਦਰਸ਼ਕਾਂ ਨਾਲ ਰਿਸ਼ਤੇ ਹੀ ਡਿਸਕਸ ਕੀਤੇ ਜਾਣ। ਕਿਉਂਕਿ ਮੈਂ ਪ੍ਰੀਤ ਨੂੰ ਬੜੇ ਦਿਨਾਂ ਦੀ ਮਿਸ ਕਰ ਰਹੀ ਸੀਗੀ, ਆਪਣੇ ਇਸ ਸ਼ੋਅ ਨੂੰ ਬਹੁਤ ਮਿਸ ਕਰ ਰਹੀ ਸੀਗੀ। ਤੇ ਇਹਦੇ ਨਾਲ ਹੀ ਮੈਂ ਆਪਣੇ ਦਰਸ਼ਕਾਂ ਤੋਂ ਇਜਾਜ਼ਤ ਚਾਹਾਂਗੀ। ਰੱਬ ਰੱਖਾ।